ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਜੀ ਨੇ ਸ਼ਾਮ ਦੇ ਸਮੇਂ ਸਤ ਸੰਗਤ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਅਤੀ ਸਤਿਕਾਰਯੋਗ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ, ਉਹਨਾਂ ਦੁਆਰਾ ਰਚਿਤ ਜੋ ਮਹਾਨ ਇਤਿਹਾਸਕ ਗ੍ਰੰਥ ਤਵਾਰੀਖ ਗੁਰੂ ਖਾਲਸਾ, ਜਿਸ ਦੀ ਕਿ ਲੜੀਵਾਰ ਜੋ ਕਥਾ ਚੱਲ ਰਹੀ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਪ੍ਰਸੰਗ ਜੋ ਸਾਖੀਆਂ ਕੱਲ ਕਿਵੇਂ ਫਿਰ ਦੀਨਾ ਕਾਂਗੜ ਤੱਕ ਪਹੁੰਚੇ, ਜਫਰਨਾਮਾ ਲਿਖਿਆ, ਹੋਰ ਬਾਈਬਲ ਇਤਿਆਦਿਕ ਕਈ ਪਿੰਡਾਂ ਦੀਆਂ ਸਾਖੀਆਂ ਆਈਆਂ। ਤੋ ਸਤਿਗੁਰੂ ਜੀ ਉੱਥੇ ਕਿਰਪਾ ਕਰ ਰਹੇ ਨੇ। ਇਸੇ ਤਰ੍ਹਾਂ ਪਾਰ ਜੀਵਾਂ ਦਾ ਉਧਾਰ ਕਰਦੇ ਹੋਏ ਜਦੋਂ ਗੁਰੂ ਸਾਹਿਬ ਜੀ ਪੱਤੋ ਪਿੰਡ ਦੇ ਕੋਲ ਗੁਰੂਸਾਰ ਨਾਮੇ ਢਾਬ ਦੇ ਕਿਨਾਰੇ ਜਾ ਕੇ ਉਤਰੇ ਤਾਂ ਖਬਰ ਆਈ ਕਿ ਸਰਹੰਦ ਦੇ ਸੂਬੇ ਨੇ ਇੱਧਰ ਨੂੰ ਫੌਜ ਭੇਜੀ ਹੈ। ਇਹ ਬਾਤ ਸੁਣ ਕੇ ਗੁਰੂ ਸਾਹਿਬ ਨੇ ਭਾਈ ਦਾਨ ਸਿੰਘ ਬਰਾੜ ਨੂੰ ਪੁੱਛਿਆ ਕਿ ਤੂੰ ਇਸ ਦੇਸ਼ ਦਾ ਭੇਤੀ ਹੈ, ਕੋਈ ਕਿਲ੍ਹਾ ਦੱਸ ਜਿੱਥੇ ਆਕੀ ਹੋ ਕੇ ਜੰਗ ਕਰੀਏ। ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਆਖਿਆ ਮਹਾਰਾਜ ਜੰਗ ਕਰਨ ਦੇ ਲਾਇਕ ਕਿਲ੍ਹਾ ਕੋਟਕਪੂਰੇ ਹੈ। ਇਹਨਾਂ ਸੁਣ ਕੇ ਗੁਰੂ ਸਾਹਿਬ ਨੇ ਉਸੇ ਤਰਫ ਖਾਲਸੇ ਦਾ ਕੂਚ ਕਰ ਦਿੱਤਾ। ਜੈਤੋ ਪਿੰਡ ਟੋਬੇ ਦੇ ਕਿਨਾਰੇ ਜੋ ਹੁਣ ਗੁਰੂਸਰ ਨਾਮ ਸੇ ਉੱਗਾ ਹੈ, ਉੱਥੇ ਉਤਰੇ। ਉੱਥੋਂ ਦੇ ਚੌਧਰੀ ਨੂੰ ਪੁੱਛਿਆ, ਖਾਨਿਆ ਇਹ ਪਿੰਡ ਕਿਹੜਾ ਹੈ? ਖਾਨਾ ਬਰਾੜ ਕਹਿਣ ਲੱਗਿਆ ਕਿ ਇਹ ਤਾਂ 4 ਕੁ ਝੁੰਗੀਆਂ ਜੈਤੋ ਦੀਆਂ ਨੇ, ਪਿੰਡ ਕੋਈ ਨਹੀਂ ਹੈ। ਬਚਨ ਹੋਇਆ ਇਹ ਵੱਡਾ ਪਿੰਡ ਮਸ਼ਹੂਰ ਸੂਰਵੀਰਾਂ ਦਾ ਹੋਵੇਗਾ। ਤਾਂ ਖਾਨੇ ਨੇ ਖਾਣ ਪਾਨ ਦੀ ਸਭ ਸੇਵਾ ਕੀਤੀ। ਉੱਥੋਂ ਚੱਲ ਕੇ 2 ਕੋਹਪੁਰ ਇੱਕ ਸੋਹਣਾ ਸੁੰਦਰ ਟਿੱਬਾ ਦੇਖ ਕੇ ਉਹਦੇ ਤੇ ਮਹਾਰਾਜ ਖੜ ਕੇ ਤੀਰ ਚਲਾਏ ਤੇ ਅਨੇਕਾਂ ਹਰਨ ਮਾਰੇ। ਅੱਗੇ ਲੰਬਾਂ ਵਾਲੀ ਨਗਰ ਦੁਪਹਿਰਾ ਕੱਟ ਕੇ
ਫਿਰ ਮਲੂਕੇ ਦੇ ਕੋਟ ਦੀਵਾਨੇ ਦੇ ਟੋਭੇ ਉੱਤੇ ਜਾ ਕੇ ਤੰਬੂ ਲਾਏ, ਰਾਤ ਗੁਜ਼ਾਰੀ। ਅੰਮ੍ਰਿਤ ਵੇਲੇ ਉਥੋਂ ਦਾ ਮਾਲਕ ਮਲੂਕਾ ਦੀਵਾਨਾ ਸਿਰ ਮੂੰਹ ਮੁੰਡਤ ਸੀ, ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ। ਪਹਿਰੇ ਵਾਲੇ ਸਿੱਖਾਂ ਨੇ ਬਹੁਤ ਆਖਿਆ ਕਿ ਅਜੇ ਦਰਸ਼ਨ ਦਾ ਵੇਲਾ ਨਹੀਂ ਹੈ, ਪਰ ਉਹਨੇ ਇੱਕ ਨਾ ਮੰਨੀ। ਜਦੋਂ ਧੱਕੇ ਨਾਲ ਗੁਰੂ ਕੇ ਤੰਬੂ ਵਿੱਚ ਵੜਨ ਲੱਗਿਆ ਤਾਂ ਇੱਕ ਭਾਗੂ ਸਿੰਘ ਪਹਿਰੇਦਾਰ ਉਹਨੇ ਤਲਵਾਰ ਮਾਰ ਕੇ ਸੁੱਟ ਲਿਆ। ਬੇਹੋਸ਼ ਹੋ ਕੇ ਉਸੇ ਥਾਂ ਪਿਆ ਰਿਹਾ। ਦਿਨ ਚੜੇ ਹੋਸ਼ ਆਈ ਤਾਂ ਕਹਿਣ ਲੱਗਿਆ, ਭਾਈ ਸਿੱਖੋ, ਇਹ ਹੁਣ ਮੇਰੇ ਥੋੜੇ ਹੀ ਸਵਾਸ ਬਾਕੀ ਨੇ, ਗੁਰੂ ਕਾ ਦਰਸ਼ਨ ਤਾਂ ਕਰਾ ਦਿਓ, ਫਿਰ ਮੈਂ ਦੇਹ ਛੱਡ ਜਾਵਾਂ। ਇਹ ਸੰਵਾਦ ਸੁਣ ਕੇ ਗੁਰੂ ਸਾਹਿਬ ਤੰਬੂ ਵਿੱਚੋਂ ਬਾਹਰ ਆਏ ਤੇ ਉਹਦੇ ਸਾਹਮਣੇ ਖੜੇ ਹੋ ਗਏ। ਇਹ ਦੀਵਾਨੇ ਨੇ ਮੱਥਾ ਟੇਕਿਆ, ਚਰਨ ਚੁੰਮੇ। ਗੁਰੂ ਸਾਹਿਬ ਨੇ ਆਖਿਆ, ਦੀਵਾਨਿਆ, ਜੇ ਤੂੰ ਜਿਉਣਾ ਚਾਹੁੰਦਾ ਤਾਂ ਤੈਨੂੰ ਰਾਜੀ ਖੁਸ਼ੀ ਕਰ ਦਈਏ। ਉਹਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਹੁਣ ਮੈਨੂੰ ਸੱਚਖੰਡ ਦਾ ਨਿਵਾਸ ਬਖਸ਼ੋ, ਹੋਰ ਮੇਰੀ ਕੋਈ ਇੱਛਾ ਨਹੀਂ ਹੈ। ਧੰਨ ਭਾਗ ਮੇਰੇ ਜੋ ਅੰਤ ਦੇ ਸਮੇਂ ਆਪ ਜੀ ਨੇ ਦਰਸ਼ਨ ਮੈਨੂੰ ਹੋ ਗਏ ਨੇ। ਗੁਰੂ ਸਾਹਿਬ ਨੇ ਫਿਰ ਇਹਦੀ ਸ਼ਰਧਾ ਦੇਖ ਕੇ ਉਹਦੇ ਸਿਰ ਉੱਤੇ ਹੱਥ ਫੇਰਿਆ ਤੇ ਗੁਰੂ ਮੰਤਰ ਉਚਾਰਨ ਕੀਤਾ। ਗੁਰੂ ਕੇ ਸਰੂਪ ਦਾ ਧਿਆਨ ਕਰਦੇ ਹੋਏ ਮਲੂਕੇ ਦੀਵਾਨੇ ਨੇ ਦੇਹ ਤਿਆਗ ਦਿੱਤੀ। ਗੁਰੂ ਸਾਹਿਬ ਕੋਠੇ ਮਲੂਕੇ ਤੋਂ ਚੜ੍ਹ ਕੇ ਫਿਰ ਉੱਥੋਂ 15-16 ਕੋਟ ਕਪੂਰੇ ਪਿੰਡ ਦੇ ਬਾਹਰ ਜਾ ਕੇ ਉਤਰੇ ਤੇ ਫੌਜ ਦੇ ਤੰਬੂ ਗੁਰੂ ਕਾ ਖੇਮਾ ਜਦ ਖੜੇ ਹੋਏ ਦੀਵਾਨ ਲੱਗਿਆ ਤਾਂ ਉੱਥੋਂ ਦਾ ਮਾਲਕ ਸਰਦਾਰ ਕਪੂਰਾ, ਜਿਹੜਾ 84 ਪਿੰਡਾਂ ਦਾ ਚੌਧਰੀ, ਬੜਾ ਉੱਘਾ ਬਹਾਦਰ ਸੀ, ਗੁਰੂ ਮਹਾਰਾਜ ਦੇ ਕੋਲ ਦਰਸ਼ਨ ਕਰਨ ਵਾਸਤੇ ਭਾਈ ਦਿਆਲ ਸਿੰਘ ਦੇ ਨਾਲ ਆਇਆ। ਇੱਕ ਘੋੜਾ ਬਹੁਤ ਚੰਗਾ 100 ਰੁਪਈਆ ਗੁਰੂ ਕੀ ਨਜ਼ਰ ਕੀਤਾ। ਪਹਿਲਾਂ ਵੀ ਇਹਨੇ ਘੋੜਾ ਆਨੰਦਪੁਰ ਸਾਹਿਬ ਸੇਵਾ ਵਿੱਚ ਭੇਜਿਆ ਸੀ, ਜਿਹਦਾ ਨਾਂ ਮਹਾਰਾਜ ਨੇ ਦਲ ਸ਼ਿੰਗਾਰ ਰੱਖਿਆ ਸੀ। ਇੱਥੇ ਵੀ ਫਿਰ ਗੁਰੂ ਸਾਹਿਬ ਨੇ ਖੁਸ਼ੀ ਹੋ ਕੇ ਕੋਲ ਬਿਠਾ ਕੇ ਕੁਸ਼ਲ ਆਨੰਦ ਪੁੱਛੀ। ਉਹਦੇ ਕੋਲੇ ਬਾਜ, ਜੁਰਰੇ, ਸ਼ਿਕਾਰੀ ਕੁੱਤੇ ਬਹੁਤ ਰੱਖੇ ਹੋਏ ਸਨ। ਗੁਰੂ ਕੇ ਸ਼ਿਕਾਰੀ ਜਾਨਵਰਾਂ ਨੂੰ ਦੇਖ ਕੇ ਬਹੁਤ ਸ਼ਿਕਾਰ ਦੀਆਂ ਗੱਲਾਂ ਬਾਤਾਂ ਕਰਦਾ ਰਿਹਾ। ਫਿਰ ਆਗਿਆ ਲੈ ਕੇ ਘਰ ਜਾ ਕਰਕੇ ਲੰਗਰ ਵਾਸਤੇ ਰਸਦ ਬਹੁਤ ਭੇਜੀ। ਸਰਬ ਤਰ੍ਹਾਂ ਦੀ ਸੇਵਾ ਕੀਤੀ। ਹੋਰ ਵੀ ਪਿੰਡ ਦੇ ਇਸਤਰੀਆਂ ਪੁਰਖਾਂ ਨੇ ਗੁਰੂ ਕਾ ਦਰਸ਼ਨ ਕਰਨ ਵਾਸਤੇ ਬਹੀਰ ਪੈ ਗਿਆ। ਦੁੱਧ, ਘਿਓ, ਲੂਣ, ਮਿੱਠਾ ਬਹੁਤ ਲਿਆਏ। ਦੂਜੇ ਦਿਨ ਜਦੋਂ ਚੌਧਰੀ ਕਪੂਰਾ ਫੇਰ ਆਇਆ, ਉਹਦੇ ਗਲ ਵਿੱਚ ਵੱਡਾ ਸਾਰਾ ਜਾਮਾ ਪਿਆ ਸੀ ਤੇ ਲਾਗਰ ਸਿੰਘ ਦੇਖ ਕੇ ਕਹਿਣ ਲੱਗਿਆ, ਚੌਧਰੀ, ਸੰਭਾਲ ਕੇ ਤੁਰ, ਘੱਟਾ ਨਾ ਉਡਾ, ਸ਼ਸਤਰਾਂ ਤੇ ਪੈਂਦਾ ਹੈ। ਭਾਵੇਂ ਇਸ ਗੱਲ ਪਰ ਕਪੂਰਾ ਬਹੁਤ ਰੰਜ ਹੋਇਆ, ਪਰ ਮੱਥਾ ਟੇਕ ਕੇ ਬੈਠ ਗਿਆ। ਗੁਰੂ ਕੇ ਪਾਸ ਦੂਸਰੇ ਪਲੰਗ ਉੱਤੇ ਸ਼ਸਤਰ ਪਏ ਸੀ। ਉਹਨਾਂ ਨੂੰ ਚੌਰ ਹੁੰਦਾ ਵੇਖ ਕੇ ਕਪੂਰੇ ਨੇ ਆਖਿਆ ਕਿ ਇਹਨਾਂ ਹਥਿਆਰਾਂ ਤੇ ਚੌਰ ਕਰਨ ਦੀ ਨਵੀਂ ਰੀਤ ਕਿਉਂ ਕੱਢੀ ਹੈ। ਗੁਰੂ ਸਾਹਿਬ ਨੇ ਉੱਤਰ ਦਿੱਤਾ, ਕਪੂਰਿਆ, ਸ਼ਸਤਰ ਅਕਾਲ ਪੁਰਖ ਦਾ ਸਰਗੁਣ ਸਰੂਪ ਨੇ। ਇਹਨਾਂ ਦੀ ਉਪਾਸਨਾ, ਸੇਵਾ, ਧਾਰਨਾ, ਧਰਨੀ, ਰਾਮ ਕ੍ਰਿਸ਼ਨ ਆਦਿਕਾਂ ਦੀਆਂ ਮੂਰਤਾਂ ਨਾਲੋਂ ਵੀ ਅਧਿਕ ਫਲ ਪ੍ਰਦਾਨ ਕਰਦੀ ਹੈ। ਤੇ ਬਾਕੀ ਚੌਰੀ ਦੇ ਨਾਲ ਮੱਖੀ ਆਦਿਕ ਨਹੀਂ ਬੈਠ ਸਕਦੀ। ਇਹਨਾਂ ਦੇ ਪ੍ਰਤਾਪ ਨਾਲ ਹੀ ਦੇਖ ਕਪੂਰਿਆ ਵੈਰੀਆਂ ਉੱਤੇ ਫਤਿਹ ਪਾਈ ਦੀ ਹੈ। ਇਸੇ ਕਰਕੇ ਸਾਰੇ ਸੁਰ ਨਰ ਰਾਖਸ਼ ਇਹਨਾਂ ਦਾ ਅਦਬ ਪੂਜਨ ਕਰਦੇ ਰਹੇ ਨੇ। ਭਾਵੇਂ ਇਹਨਾਂ ਸੱਚੀਆਂ ਬਾਤਾਂ ਪਰ ਕਪੂਰੇ ਦੀ ਸ਼ਰਧਾ ਤਾਂ ਨਾ ਆਈ, ਪਰ ਸਤ ਬਚਨ ਕਹਿੰਦਾ ਰਿਹਾ, ਜਿਸ ਕਰਕੇ ਇਸ਼ਾਰੇ ਨਾਲ ਭਾਈ ਧਰਮ ਸਿੰਘ ਪਿਆਰਾ, ਜਿਹੜੇ 5 ਪਿਆਰਿਆਂ ਸੀ, ਉਹਨਾਂ ਨੇ ਕਪੂਰੇ ਨੂੰ ਆਖਿਆ, ਚੌਧਰੀ ਕਪੂਰਿਆ, ਇਹ ਕਿਲ੍ਹਾ ਤੂੰ ਆਪਣਾ ਗੁਰੂ ਕਿਆਂ ਨੂੰ ਤੁਰਕਾਂ ਨਾਲ ਧਰਮ ਯੁੱਧ ਕਰਨ ਵਾਸਤੇ ਦੇ ਦੇ, ਤਾਂ ਹੀ ਇਹ ਤੇਰੇ ਪਾਸ ਮਹਾਰਾਜ ਚੱਲ ਕੇ ਆਏ ਐ। ਕਪੂਰਾ ਕਹਿਣ ਲੱਗਿਆ, ਮਹਾਰਾਜ ਜੀ, ਜਦੋਂ ਆਨੰਦਪੁਰ ਹੀ ਤੁਸੀਂ ਕਾਇਮ ਨਹੀਂ ਰੱਖਿਆ, ਇੱਥੇ ਕੀ ਬਣੂਗਾ? ਉਹ ਬਾਦਸ਼ਾਹੀ ਲਸ਼ਕਰ ਕਹਿਰ ਦਰਿਆ ਦੀਆਂ ਠਾਠਾਂ ਮਾਰ ਕੇ ਇਸ ਕਿਲੇ ਨੂੰ ਇਉਂ ਉਡਾ ਸੁੱਟੇਗਾ ਜਿਵੇਂ ਤਾੜੇ ਅੱਗੇ ਰੂਈ ਜਾਂਦੀ ਹੈ। ਨਾਲੇ ਮੈਨੂੰ ਵਿਰੋਧੀ ਸਮਝ ਕੇ ਤੁਰਕ ਫਾਂਸੀ ਦੇ ਕੇ ਮਾਰ ਸਿੱਟਣਗੇ।
ਬੇਅੰਤ ਸਿੱਖਾਂ ਨੂੰ ਆਪਣੇ ਮਹਾਰਾਜ ਜੀ ਹੁਣ ਮਨ ਵਿੱਚ ਐਸਾ ਕਿ ਕਿਤੇ ਐਸਾ ਕਿੰਨੇ ਸਿੱਖ ਅੱਗੇ ਸ਼ਹੀਦ ਹੋ ਗਏ, ਹੁਣ ਮੈਨੂੰ ਮਰਵਾਉਣ ਆਏ। ਇਹ ਇਸ ਤਰ੍ਹਾਂ ਦੀ ਭਾਈ ਧਰਮ ਸਿੰਘ ਨੂੰ ਕਹਿੰਦਾ, ਵਾਹ ਤੂੰ ਇਹ ਚੰਗੀ ਮੈਨੂੰ ਮੱਤ ਦੇਣ ਲੱਗਿਆ ਜੀ, ਤੂੰ ਮੈਂ ਵੀ ਹੁਣ ਆਪਣਾ ਸਰਵੰਸ਼ ਨਸ਼ਟ ਕਰਾ ਕੇ ਤੁਹਾਡੀ ਤਰ੍ਹਾਂ ਬਿਪਤਾ ਭੋਗਦਾ ਫਿਰਾਂ। ਗੁਰੂ ਸਾਹਿਬ ਕਹਿਣ ਲੱਗੇ, ਭਲਾ ਭਾਈ ਚੌਧਰੀ, ਤੈਨੂੰ ਤੇਰੀ ਭਾਵਨਾ ਇਹੋ ਫਲ ਭੁਗਾ ਦੇਵੇਗੀ, ਫਾਂਸੀ ਵੀ ਪਾਏਗਾ ਤੇ ਕਿਲਾ ਵੀ ਉੱਡ ਜੂਗਾ। ਮਹਾਰਾਜ ਕਹਿਣ ਲੱਗੇ, ਤੂੰ ਬੇਸਮਝ ਗੁਬਾਰ ਰਿਹਾ, ਅਸੀਂ ਤਾਂ ਤੈਨੂੰ ਵਡਿਆਈ ਦੇਣ ਆਏ ਸੀ ਜੀ ਤੋਂ ਤੇਰਾ ਸੁਜਸ ਹਮੇਸ਼ਾ ਬਣਿਆ ਰਹਿੰਦਾ, ਪਰ ਸ਼ੇਰਣੀ ਦੇ ਦੁੱਧ ਨੂੰ ਸੋਨੇ ਦੇ ਭਾਂਡੇ ਬਿਨਾਂ ਹੋਰ ਭਾਂਡਾ ਨਹੀਂ ਨਾ ਜਿਵੇਂ ਸਹਾਰ ਸਕਦਾ। ਕਪੂਰਿਆ, ਤੇਰੇ ਭਾਗ ਐਡੇ ਵੱਡੇ ਸੁਜਸ ਨੂੰ ਧਾਰਨ ਦੇ ਯੋਗ ਨਹੀਂ, ਕਿਉਂਕਿ ਤੈਨੂੰ ਆਪਣੇ ਭਲੇ ਬੁਰੇ ਦੀ ਕੁਛ ਖਬਰ ਨਹੀਂ। ਕੇਵਲ ਤੇ ਕੇਵਲ ਪਸ਼ੂਆਂ ਵਾਂਗੂ ਢਿੱਡ ਭਰ ਕੇ ਸੌਣਾ ਹੀ ਸੁਝਦਾ। ਜਾ ਹੁਣ ਤੂੰ ਸਾਡੇ ਕੋਲੋਂ ਉੱਠ ਕੇ ਚਲਿਆ ਜਾ। ਨਿੰਮੋ ਚੂਣਾ ਹੋ ਕੇ ਕਪੂਰਾ ਚੌਧਰੀ ਨੀਵੀਂ ਧੌਣ ਕਰਕੇ ਉੱਠ ਕੇ ਚਲਿਆ ਗਿਆ ਤੇ ਕਪੂਰੇ ਨਾਲ ਫਿਰ ਸਮਾਂ ਪਾ ਕੇ ਐਸਾ ਹੀ ਬੀਤਿਆ। ਜਿਹੜਾ ਕਪੂਰਾ ਚੌਧਰੀ ਸੀ ਤੇ ਇੱਕ ਈਸੇ ਖਾਂ, ਜਿਹਦਾ ਹੁਣ ਕੋਟ ਈਸੇ ਖਾਂ ਵੱਜਦਾ ਹੈ, ਉਹ ਈਸੇ ਖਾਂ ਦੇ ਦਾ ਤੇ ਇਹਦਾ ਕਈ ਵਾਰੀ ਆਪਸ ਵਿੱਚ ਜੰਗ ਯੁੱਧ ਹੋਏ ਸਨ, ਵੈਰ ਬਣਿਆ ਰਿਹਾ। ਅਖੀਰ ਜਦੋਂ ਈਸੇ ਖਾਂ ਦੀ ਕੋਈ ਪੇਸ਼ ਨਾ ਬਰਾੜਾ ਨੇ ਜਾਣ ਦਿੱਤੀ ਤੇ ਕਪੂਰੇ ਨੂੰ ਜਿਤਾਉਂਦੇ ਰਹੇ, ਤਾਂ ਈਸੇ ਖਾਂ ਨੇ ਕਪੂਰੇ ਨਾਲ ਉੱਤੋਂ ਮੇਲ ਜਿਹਾ ਕਰ ਲਿਆ ਤੇ ਦਿਲ 'ਚ ਦਗਾ ਰੱਖਿਆ। ਇੱਕ ਦਿਨ ਕਿਸੇ ਵਿਆਹ ਸ਼ਾਦੀ ਦੇ ਮੌਕੇ ਤੇ ਤੁਰਕਾਂ ਨੇ ਕਪੂਰੇ ਨੂੰ ਘਰ ਬੁਲਾ ਕੇ ਦਗੇ ਫਰੇਬ ਨਾਲ ਫੜ ਲਿਆ ਤੇ ਸੰਮਤ 1765 ਬਿਕਰਮੀ ਨੂੰ ਫਾਂਸੀ ਦੇ ਕੇ ਮਾਰ ਸੁੱਟਿਆ। ਭਾਵੇਂ ਕਪੂਰੇ ਦੇ ਪੁੱਤਰ ਸੁਖੀਏ ਨੇ ਫਿਰ ਉਹ ਈਸੇ ਖਾਂ ਨੂੰ ਮਾਰ ਕੇ ਉਸ ਦਾ ਘਰ ਤੇ ਪਿੰਡ ਲੁੱਟ-ਬਾਰ ਕਰਕੇ ਬਰਬਾਦ ਕਰਕੇ ਆਪਣੇ ਬਾਪ ਦਾ ਵੈਰ ਲਿਆ, ਪਰ ਗੁਰੂ ਕੇ ਬਚਨ ਬਿਰਥੇ ਨਾ ਗਏ। ਕਪੂਰੇ ਤੋਂ ਫਿਰ ਸਮਾਂ ਪਾ ਕੇ 5ਵੀਂ ਪੀੜ੍ਹੀ ਵਿੱਚ ਜਗਤ ਸਿੰਘ, ਉਹਨੇ ਆਪਣੇ ਬਾਪ ਟੇਕ ਸਿੰਘ ਨਾਲ ਗੁੱਸੇ ਹੋ ਕੇ ਘਰ ਨੂੰ ਅੱਗ ਲਾ ਦਿੱਤੀ ਸੀ ਤੇ ਅੰਦਰ ਬਰੂਦ ਦੇ ਕੁੱਪੇ ਪਏ ਸੀ। ਕਿਲੇ ਸਮੇਤ ਸਾਰਾ ਟੱਬਰ ਕਿਧਰੇ ਉੱਡ ਪੁੱਡ ਗਿਆ। ਤੇ ਜਦੋਂ ਗੁਰੂ ਸਾਹਿਬ ਜੀ ਗੁੱਸੇ ਹੋ ਕੇ ਕਪੂਰੇ ਤੋਂ ਚਲੇ ਗਏ ਸਨ ਨਾ, ਪਿੱਛੋਂ ਕਪੂਰੇ ਦੇ ਪੁੱਤਰ ਸੁਖੀਏ ਨੇ ਤੇ ਇਹਦੇ ਪੋਤਰੇ ਹਮੀਰੇ ਨੇ ਆਪਣੇ ਦਾਦੇ ਨੂੰ, ਪਿਓ ਨੂੰ, ਕਪੂਰੇ ਨੂੰ ਬਹੁਤ ਸਮਝਾਇਆ ਕਿ ਚੱਲ ਕੇ ਗੁਰੂ ਸਾਹਿਬ ਜੀ ਦੇ ਚਰਨ ਫੜ ਲਓ, ਬਖਸ਼ ਦੇਣਗੇ, ਨਹੀਂ ਤਾਂ ਉਹਨਾਂ ਦਾ ਸਰਾਪ ਤੇਰੇ ਵਿੱਚ ਦੀ ਜ਼ਰੂਰ ਨਿਕਲੂ। ਉਹਨਾਂ ਦਾ ਸੰਵਾਦ ਲੋਕਾਂ ਦੁਆਰਾ ਗੁਰੂ ਸਾਹਿਬ ਨੇ ਸੁਣ ਕੇ ਵਰ ਦਿੱਤਾ ਵੀ ਕੋਈ ਨਹੀਂ, ਜੋ ਹੋਊਗਾ, ਪਰ ਹਮੀਰੇ ਦੀ ਸੰਤਾਨ ਰਾਜ ਕਰੂਗੀ। ਸੋ ਫਿਰ ਸਮਾਂ ਪਾ ਕੇ ਫਰੀਦਕੋਟ ਵਾਲੇ ਜਿਹੜੇ ਰਾਜੇ ਹੋਏ, ਇਹ ਕਪੂਰੇ ਦੇ ਹੀ ਗਾਹਾਂ ਪੁੱਤ ਹਮੀਰੇ ਦੀ ਪੋਤਰੇ ਹਮੀਰੇ ਦੀ ਔਲਾਦ ਹੋਈ ਹੈ। ਅੱਗੇ ਕਹਿਣ ਦਾ ਭਾਵ ਹੈ ਵੀ ਜਿੱਥੇ ਹੁਣ ਦੋਨੇ ਪੱਖ ਹੁੰਦੇ ਨੇ, ਮਨ ਦਾ ਕੋਈ ਪਤਾ ਨਹੀਂ ਕਿਵੇਂ ਹੋ ਜਾਂਦਾ ਹੈ, ਤੇ ਇਸ ਕਰਕੇ ਸਮੇਂ ਦੇ ਨਾਲ ਸਾਰੀਆਂ ਗੱਲਾਂ ਨੇ। ਗੁਰੂ ਕੀਆਂ ਬਖਸ਼ਿਸ਼ਾਂ ਵੀ ਇਸ ਪਰਿਵਾਰ ਤੇ ਬਹੁਤ ਰਹੀਆਂ, ਕਪੂਰੇ ਦੇ ਪਰਿਵਾਰ ਤੇ। ਜਿਹੜੀਆਂ ਰਿਆਸਤਾਂ ਦੇ ਮਾਲਕ ਬਣੇ ਉਹ ਵੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਹੀ ਬਣੇ। ਇਸ ਤਰ੍ਹਾਂ ਇੱਥੋਂ ਸਤਿਗੁਰੂ ਜੀ ਉਸੇ ਘੜੀ ਕੂਚ ਕਰਕੇ ਕੋਟ ਤੋਂ 3 ਕੋਹ ਢਿੱਲਵੀਂ ਪਿੰਡ ਜਾ ਉਤਰੇ। ਉੱਥੇ ਅੱਗੇ ਸੋਢੀ ਪ੍ਰਿਥੀ ਚੰਦ ਦੀ ਸੰਤਾਨ ਦੇ ਵਿੱਚੋਂ ਸੋਢੀ ਕੌਲ ਜੀ ਆਪਣੇ ਚਾਰੇ ਪੁੱਤਰਾਂ ਸਤਾਨੰਦ, ਹਰੀ ਚੰਦ, ਅਮਰੀਕ, ਬਨਵਾਲੀ ਤੇ ਅਭੈ ਚੰਦ ਆਦਿਕ, ਅਭੈ ਚੰਦ ਪੋਤਰਾ ਸੀ। ਅਭੈ ਚੰਦ ਤੇ ਆਦਿਕ ਹੋਰ ਸਾਰੇ ਪੋਤਰਿਆਂ ਸਮੇਤ ਗੁਰੂ ਸਾਹਿਬ ਜੀ ਨੂੰ ਆ ਕੇ ਮਿਲਿਆ ਤੇ ਉਸ ਦਿਨ ਉਹਨਾਂ ਦੇ ਕਿਸੇ ਵੱਡੇ ਦਾ ਖਿਆਲ ਸੀ, ਇਸ ਕਰਕੇ ਸਰਾਧ ਕਰਾ ਰਹੇ ਸਨ। ਤੇ ਉਹ ਕੁਸ਼ਾ ਦੇ ਛੱਲੇ ਜੇ ਪਵਿੱਤਰੇ ਸੋਢੀ ਦੇ ਹੱਥ ਵਿੱਚ ਪਏ ਹੋਏ ਵੇਖ ਕੇ ਗੁਰੂ ਸਾਹਿਬ ਨੇ ਪੁੱਛਿਆ ਵੀ ਇਹ ਤੁਸੀਂ ਕਿਉਂ ਪਾਏ ਆ? ਸੋਢੀ ਕੌਲ ਰਾਏ, ਕਿਉਂਕਿ ਗੁਰੂ ਸਾਹਿਬ ਦਾ ਪਰਿਵਾਰ ਸੀ ਤੇ ਰਿਸ਼ਤੇ ਵਿੱਚੋਂ ਜਿਵੇਂ ਸਕੇ ਹੁੰਦੇ ਆ, ਫਿਰ ਬਾਬੇ ਪ੍ਰਿਥੀ ਚੰਦ ਦੀ ਔਲਾਦ ਸੀ। ਸੋਢੀ ਕੌਲ ਰਾਏ ਮਹਾਰਾਜ ਦਾ ਰਿਸ਼ਤੇ 'ਚੋਂ ਤਾਂ ਚਾਚਾ ਲੱਗਦਾ ਸੀ।
ਉਮਰ ਬਹੁਤ ਵੱਡੀ ਸੀ ਉਹਦੀ, ਉਸ ਸਮੇਂ ਬਹੁਤ 90 ਸਾਲ ਦੇ ਕਰੀਬ ਉਹ ਹੋ ਚੁੱਕਿਆ ਸੀ। ਤੇ ਇਉਂ ਫਿਰ 4 ਪੁੱਤਰ ਤੇ ਪੋਤਰਿਆਂ ਨਾਲ ਮਹਾਰਾਜ ਦੇ ਕੋਲ ਆਇਆ ਇਸ ਕਰਕੇ ਕਿ ਮਹਾਰਾਜ ਕਿਰਪਾ ਕਰੋ, ਸਾਨੂੰ ਬਖਸ਼ ਲਓ, ਗੁਰੂ ਘਰ ਵਿੱਚੋਂ ਛੇਕੇ ਹੋਏ ਆ ਅਸੀਂ। ਫਿਰ ਮਹਾਰਾਜ ਦੇ ਚਰਨੀ ਲੱਗੇ, ਕਹਿਣ ਲੱਗਿਆ ਸੋਢੀ ਕੌਲ ਰਾਏ ਕਿ ਮਹਾਰਾਜ ਅਸੀਂ ਆਪਣੇ ਵੱਡੇ ਦਾ ਸਰਾਧ ਖਿਆ ਕਰ ਰਹੇ ਹਾਂ ਤੇ ਤੁਹਾਡਾ ਆਗਮਨ ਸੁਣ ਕੇ ਇਸੇ ਤਰ੍ਹਾਂ ਹੀ ਸ਼ੀਘਰ ਦਰਸ਼ਨ ਕਰਨ ਵਾਸਤੇ ਚੱਲੇ ਆਏ। ਗੁਰੂ ਸਾਹਿਬ ਕਹਿਣ ਲੱਗੇ ਤੁਸਾਂ ਇਹ ਕੀ ਜਗ ਜਾਂਦੀ, ਸਗੋਂ ਮਹਾਰਾਜ ਕਹਿੰਦੇ ਵੀ ਭਗਤ ਕਬੀਰ ਜੀ ਦੀ ਬਾਣੀ ਦੇ ਬਚਨ ਸੁਣਾਏ। ਮਹਾਰਾਜ ਕਹਿੰਦੇ ਬਾਣੀ ਵਿੱਚ ਬਚਨ ਹੈ, ਜੀਵਤ ਪਿਤਰ ਨਾ ਮਾਨੈ ਕੋ ਮੂਏ ਸਿਰਾਧ ਕਰਾਹੀ, ਪਿਤਰ ਭੀ ਬਪਰੇ ਕਹੋ ਕਿਉ ਪਾਵੈ ਕਊਆ ਕੂਕਰ ਖਾਹੀ। ਮਹਾਰਾਜ ਕਹਿੰਦੇ ਭੇਡਾਂ ਚਾਲ ਤੁਸੀਂ ਫੜ ਰੱਖੀ ਹੈ। ਗੁਰੂ ਰਾਮਦਾਸ ਮਹਾਰਾਜ ਦੀ ਸੰਤਾਨ ਸਾਡੇ ਪਿਤਰ ਤਾਂ ਅਜਿਹੇ ਇੱਕੋ ਵਾਰੀ ਤ੍ਰਿਪਤ ਹੋਏ ਨੇ ਕਿ ਕਦੇ ਕਿਸੇ ਚੀਜ਼ ਦੀ ਉਹਨਾਂ ਨੂੰ ਲੋੜ ਨਹੀਂ ਹੈ। ਸੋਢੀ ਕੌਲ ਰਾਏ ਕਹਿਣ ਲੱਗਿਆ ਸਤਿਗੁਰੂ ਆਪ ਸੱਚ ਆਖਦੇ ਹੋ, ਪਰ ਜਨਮ ਧਾਰ ਕੇ ਸੰਸਾਰ ਦੀ ਕਾਰ ਕੁਛ ਨਾ ਕੁਛ ਤਾਂ ਜ਼ਰੂਰ ਕਰਨੀ ਪੈਂਦੀ ਹੈ। ਵੀ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸਰਾਧਾਂ ਦੀ 7ਵੀਂ ਵਾਲੇ ਦਿਨ ਦੇਹ ਤਿਆਗਣ ਲੱਗੇ ਤਾਂ ਬਾਬੇ ਸ੍ਰੀ ਚੰਦ ਜੀ ਦੀ ਮਾਤਾ ਸੁਲੱਖਣੀ ਜੀ ਨੇ ਬੇਨਤੀ ਕੀਤੀ ਕਿ ਕੱਲ ਅਸ਼ਟਮੀ ਦਾ ਸਰਾਧ ਤੁਹਾਡੇ ਪਿਤਾ ਦਾ ਨਾਮ ਹੈ, ਜੇ ਅੱਜ ਚੋਲਾ ਛੱਡੋਗੇ ਤਾਂ ਉਹਨਾਂ ਦਾ ਦਿਨ ਨਾ ਮੰਨਿਆ ਜਾਵੇਗਾ। ਗੁਰੂ ਸਾਹਿਬ ਨੇ ਆਪਣੀ ਸੁਆਣੀ ਦੀ ਬਾਤ ਮੰਨ ਕੇ ਸਾਰੀ ਸਮੱਗਰੀ ਸਮਾਉਣ ਦੀ ਉਠਵਾਤੀ। ਅਸ਼ਟਮੀ ਨੂੰ ਸਰਾਧ ਜਗ ਕੀਤਾ, 9ਵੀਂ ਨੂੰ ਰਹੇ ਤੇ 10ਵੀਂ ਨੂੰ ਦੇਹ ਤਿਆਗੀ। ਤਾਂ ਤੇ ਜੋ ਕ੍ਰਿਤੋ ਕਰ ਗਏ ਉਹੀ ਸਾਨੂੰ ਤੁਹਾਨੂੰ ਵੀ ਜ਼ਰੂਰ ਕਰਨੀ ਚਾਹੀਦੀ ਹੈ। ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੇ ਕੌਤਕ ਕੀਤੇ ਆ ਉਹ ਆਪ ਨਿਰੰਕਾਰ ਨੇ। ਉਹਨਾਂ ਨੇ ਉਪਦੇਸ਼ ਦੇਣ ਦੇ ਵਾਸਤੇ, ਜਗਤ ਨੂੰ ਕੋਈ ਸਿੱਖਿਆ ਦੇਣ ਲਈ ਕਿ ਮਹਾਰਾਜ ਨੇ ਤਾਂ ਚਾਰੇ ਵਰਨ ਇੱਕ ਜਗ੍ਹਾ ਬਿਠਾ ਕੇ ਪ੍ਰਸ਼ਾਦਾ ਛਕਾਇਆ। ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਹ ਸਰਾਧ ਸ਼ਬਦ ਜਿਹੜਾ ਹੈ ਨਾ, ਇਸ ਤਰ੍ਹਾਂ ਦੀ ਕਥਾ ਜਨਮ ਸਾਖੀਆਂ ਵਿੱਚ ਉਹ ਤਾਂ ਵਿਪਰਾਂ ਦੀ ਸੰਗਤ ਤੋਂ ਪ੍ਰੇਰਨਾ ਕਰਕੇ ਲਿਖਾਰੀਆਂ ਨੇ ਸ਼ਬਦ ਲਿਖ ਦਿੱਤਾ। ਅਸਲ ਵਿੱਚ ਗੁਰੂ ਸਾਹਿਬ ਜੀ ਨੇ ਤਾਂ ਪਿਤਾ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਲੰਗਰ ਹੀ ਕੀਤਾ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਜੇ ਸਰਾਧ ਕਰਨ ਵਾਲੇ ਹੁੰਦੇ ਤਾਂ ਫਿਰ ਇਹ ਬਚਨ ਗੁਰਬਾਣੀ ਵਿੱਚ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਉ ਮੇਲ। हे ਮਹਾਰਾਜ ਨੇ ਬਚਨ ਕਹੇ ਪਿੰਡ ਪੱਤਲ ਮੇਰੀ ਕੇਸੋ ਕਿਰਿਆ ਸੱਚ ਨਾਮ ਕਰਤਾਰ, ਇੱਥੇ ਉਥੇ ਆਗੇ ਪਾਛੇ ਇਹੋ ਮੇਰਾ ਆਧਾਰ। ਇਤਿਆਦਿਕ ਬਹੁਤ ਬਚਨ ਮਹਾਰਾਜ ਕਹਿੰਦੇ ਉਹਨਾਂ ਦੇ ਉਚਾਰੇ ਹੋਏ ਨੇ। ਉਹਨਾਂ ਦੀ ਬਾਣੀ ਵਿੱਚੋਂ ਸਰਾਧ ਕਰਨ ਦੀ ਆਗਿਆ ਕਿਤੇ ਵੀ ਨਹੀਂ ਪਾਈ ਜਾਂਦੀ। ਇਹੋ ਜਿਹੇ ਬਚਨ ਭਗਤਾਂ ਦੇ 5ਵੀਂ ਪਾਤਸ਼ਾਹੀ ਨੇ ਬਹੁਤ ਪਸੰਦ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੱਖੇ ਨੇ। ਜੇ ਉਹ ਗਏ ਗੁਜਰਿਆਂ ਦੇ ਨਾਮ ਪਰ ਸਰਾਧ ਕਰਨੇ ਮਨਜ਼ੂਰ ਰੱਖਦੇ ਤਾਂ ਗੁਰੂ ਘਰ ਦਾ ਹਿੰਦੂ ਮਤ ਨਾਲੋਂ ਵੱਖਰਾ ਸਿਲਸਿਲਾ ਹੀ ਕਿਉਂ ਚੱਲਦਾ। ਗੁਰੂ ਕੇ ਮੁਖਾਰਬਿੰਦ ਤੋਂ ਇਹ ਜਿਹੇ ਬਚਨ ਸੁਣ ਕੇ ਸੋਢੀ ਕੌਲ ਜੀ ਇਤਿਆਦਿਕ ਸਾਰੇ ਲੋਕ ਨਿਸ਼ਚਾ ਮੰਨ ਗਏ ਕਿ ਵਿਪਰਾਂ ਦੀ ਤੁਸ਼ਟੀ ਪੁਸ਼ਟੀ ਬਿਨਾਂ ਸਰਾਧ ਕਰਨ ਦਾ ਹੋਰ ਕੋਈ ਫਾਇਦਾ ਨਹੀਂ। ਫਿਰ ਜਦੋਂ ਸੋਢੀ ਕੌਲ ਜੀ ਨੇ ਗੁਰੂ ਕਿਆਂ ਨੂੰ ਪੁੱਛਿਆ ਵੀ ਹੁਣ ਤੁਸੀਂ ਕੀ ਕਰਦੇ ਫਿਰਦੇ ਹੋ, ਕੀ ਇੱਛਿਆ, ਗੁਰੂ ਮਹਾਰਾਜ ਨੇ ਜੰਗ ਆਨੰਦਪੁਰ ਤੇ ਚਮਕੌਰ ਦਾ ਸਾਰਾ ਬਿਰਤਾਂਤ ਸੁਣਾ ਕੇ ਆਖਿਆ ਕਿ ਹੁਣ ਅਸੀਂ ਇੱਧਰ ਆਏ ਹਾਂ ਤੇ ਇਹ ਜਿਹੜਾ ਕਪੂਰਾ ਸੀ ਇਹ ਪਿਰਥੀ ਚੰਦ ਕਿਆਂ ਨੂੰ ਗੁਰੂ ਮੰਨਦਾ ਹੁੰਦਾ ਸੀ। ਇਹ ਕਹਿੰਦਾ ਇਹਨਾਂ ਦਾ, ਤੇ ਕਹਿੰਦੇ ਹੁਣ ਅਸੀਂ ਉਹ ਕਪੂਰੇ ਦੀਆਂ ਜੜ੍ਹਾਂ ਪੁੱਟ ਕੇ ਆਏ ਹਾਂ। ਸੋਢੀ ਕੌਲ ਰਾਏ ਕਹਿੰਦਾ ਜਿਸ ਦਾ ਕਪੂਰਾ ਸੇਵਕ ਸੀ, ਇਹਦਾ ਸੋਢੀ ਕੌਲ ਨੂੰ ਮੰਨਦਾ ਸੀ, ਉਸ ਸਮੇਂ ਗੱਦੀ ਲਾਉਂਦੇ ਸਨ। ਕਹਿੰਦਾ ਉਹਦੀਆਂ ਜੜ੍ਹਾਂ ਤਾਂ ਮੇਰੇ ਪੇਟ ਵਿੱਚ ਹੈ। ਗੁਰੂ ਸਾਹਿਬ ਕਹਿਣ ਲੱਗੇ ਪਹਿਲਾਂ ਤੁਹਾਡੇ ਢਿੱਡ ਨੂੰ ਪਾੜ ਲਿਆ ਜਾਊਗਾ। ਸੋਢੀ ਕੌਲ ਨੇ ਜਾਣਿਆ ਵੀ ਇਹਨਾਂ ਦੇ ਬਚਨ ਤਾਂ ਕਦੇ ਅਨੱਥੇ ਜਾਣੇ ਨਹੀਂ। ਇਹ ਸੋਚ ਕੇ ਫਿਰ ਸੋਢੀ ਕੌਲ ਰਾਏ ਨੇ ਚਰਨ ਫੜ ਕੇ ਆਖਿਆ ਵੀ ਮਹਾਰਾਜ ਕੁਛ ਬਖਸ਼ੋ। ਮਹਾਰਾਜ ਕਹਿਣ ਲੱਗੇ ਅੱਧ ਪਚੱਧ ਉਹਦੀ ਔਲਾਦ ਨੂੰ ਬਖਸ਼ਿਆ,
ਉਸ ਨੂੰ ਤੇ ਉਸ ਦੀ ਮੁਰਾਦ ਦਾ ਫਲ ਫਾਸੀ ਜ਼ਰੂਰ ਮਿਲੇਗੀ। ਹਾਂ, ਉਹਦੇ ਪੋਤਰੇ ਨੂੰ ਵਰ ਬਖਸ਼ ਦਿੱਤਾ ਕਿ ਉਹਦੀ ਔਲਾਦ ਅੱਗੇ ਰਾਜ ਭਾਗ ਭੋਗੇਗੀ, ਕਿਰਪਾ ਹੋਈ। ਤਦ ਨੂੰ ਫਿਰ ਪ੍ਰਸ਼ਾਦ ਦੀ ਤਿਆਰੀ ਹੋ ਗਈ। ਗੁਰੂ ਸਾਹਿਬ ਜੀ ਕੇਸ਼ੀ ਇਸ਼ਨਾਨ ਕਰਨ ਲੱਗੇ ਤਾਂ ਸੋਢੀ ਕੌਲ ਰਾਏ ਗੁਰੂ ਸਾਹਿਬ ਦੀ ਨੀਲੀ ਪੁਸ਼ਾਕ ਵੇਖ ਕੇ ਛੇਤੀ ਨਾਲ ਘਰੋਂ ਜਾ ਕੇ ਚਿੱਟਾ ਪੁਸ਼ਾਕਾ ਲੈ ਕੇ ਆਇਆ ਤੇ ਨਿਮਰਤਾ ਵਿੱਚ ਹੋ ਕੇ ਆਖਿਆ, ਮਹਾਰਾਜਾ ਨੀਲੀ ਪੁਸ਼ਾਕ ਦੀ ਜਗ੍ਹਾ ਤੁਸੀਂ ਚਿੱਟੀ ਪੁਸ਼ਾਕ ਪਹਿਨੋ, ਇਹ ਤੁਰਕੀ ਪਹਿਰਾਵਾ ਹੈ। ਉਹਦਾ ਬਚਨ ਮੰਨ ਕੇ ਫਿਰ ਗੁਰੂ ਸਾਹਿਬ ਨੇ ਸਫੈਦ ਪੁਸ਼ਾਕੀ ਪਹਿਨੀ ਔਰ ਅੰਗੀਠੇ ਕੋਲੇ ਬੈਠੇ ਨਾਲੇ ਕੇਸ ਹਰੇ ਕਰਦੇ ਰਹੇ, ਨਾਲੇ ਉਹ ਨੀਲੀ ਪੁਸ਼ਾਕ ਦੀਆਂ ਲੀਰਾਂ ਕਰ ਕਰਕੇ ਅੱਗ ਵਿੱਚ ਸਾੜਦੇ ਗਏ ਤੇ ਇਹ ਬਚਨ ਉਚਾਰਦੇ ਗਏ, ਨੀਲ ਬਸਤਰਲੇ ਕੱਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ। ਇਹ ਬਚਨ ਸੁਣ ਕੇ ਸੋਢੀ ਕੌਲ ਰਾਏ ਕਹਿਣ ਲੱਗਿਆ, ਮਹਾਰਾਜ ਇਹ ਰਾਮ ਰਾਏ ਨੇ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ 2 ਅੱਖਰ ਬਦਲੇ ਸੀ, ਮੁਸਲ ਦੀ ਜਗ੍ਹਾ ਤੇ ਬੇਈ ਪੜਿਆ, ਮੁਸਲਮਾਨ ਦੀ ਜਗ੍ਹਾ ਤੇ ਬੇਈਮਾਨ, ਤੇ ਇਸ ਗੁਨਾਹ ਬਦਲੇ ਉਹ ਗੁਰੂ ਘਰ ਤੋਂ ਖਾਰਜ ਕੀਤਾ ਗਿਆ। ਹੁਣ ਤੁਸੀਂ ਕਈ ਅੱਖਰ ਹੀ ਬਦਲ ਦਿੱਤੇ। ਮਹਾਰਾਜ ਕਹਿੰਦੇ, ਅਸੀਂ ਆਪਣਾ ਸਰਬੰਸ ਧਰਮ ਯੁੱਧ ਵਿੱਚ ਪਹਿਲੇ ਕੁਰਬਾਨ ਕਰਕੇ ਫਿਰ ਜਿਹੜੇ ਬਚਨ ਬਦਲ ਕੇ ਉਚਾਰੇ ਹੈ, ਕਿਉਂਕਿ ਉਸ ਨੇ ਤੁਰਕਾਂ ਪਠਾਣਾਂ ਦਾ ਅਮਲ ਥਾਪਿਆ ਸੀ ਤੇ ਅਸੀਂ ਉਹਨਾਂ ਦਾ ਅਮਲ ਖਾਲਸੇ ਜੀ ਤੋਂ ਉਠਾਵਣਾ ਹੈ। ਸੋ ਆਦਿ ਗੁਰੂ ਜੀ ਦਾ ਬਚਨ ਬਦਲੇ ਬਿਨਾਂ ਤੁਰਕਾਂ ਦਾ ਅਮਲ ਉੱਠਦਾ ਨਹੀਂ ਸੀ। ਮਹਾਰਾਜ ਕਹਿੰਦੇ ਤਾਂ ਬਦਲਾਇਆ। ਇਹ ਉੱਤਰ ਸੁਣ ਕੇ ਸੋਢੀ ਕੌਲ ਜੀ ਗੁਰੂ ਸਾਹਿਬ ਨੂੰ ਸੱਚਾ ਜਾਣ ਕੇ ਚੁੱਪ ਕਰ ਗਏ। ਤਦ ਨੂੰ ਗੁਰੂ ਸਾਹਿਬ ਦੇ ਕੋਲੇ ਨੀਲੇ ਜਿਹੜਾ ਬਸਤਰ ਪਹਿਨੇ ਸੀ ਉਹਦੀ ਇੱਕ ਲੀਰ ਰਹਿ ਗਈ। ਉਹਨੂੰ ਵੀ ਸਾੜਨ ਲੱਗੇ ਤਾਂ ਭਾਈ ਮਾਨ ਸਿੰਘ ਉਹਨੇ ਲੀਰ ਗੁਰੂ ਸਾਹਿਬ ਕੋਲੋਂ ਮੰਗ ਕੇ ਆਪਣੇ ਸੀਸ ਪੁਰ ਬੰਨ੍ਹ ਲਈ। ਸਜੀ ਹੋਈ ਵੇਖ ਕੇ ਗੁਰੂ ਸਾਹਿਬ ਨੇ ਬਚਨ ਕੀਤਾ, ਇਹੋ ਜਿਹੇ ਨੀਲੇ ਬਸਤਰ ਧਾਰਨ ਵਾਲਾ ਪੰਥ ਚੱਲੂਗਾ ਜਿਹੜੇ ਨਿਹੰਗ ਸਿੰਘ ਕਹਾਉਣਗੇ। ਉੱਥੋਂ ਫਿਰ ਆਪਣੇ ਪੰਥ ਦਾ ਪ੍ਰਵਿਰਤ ਹੋਣਾ ਹੁਣ ਵੀ ਨਿਹੰਗ ਸਿੰਘ ਦੱਸਦੇ ਆ। ਜਦੋਂ ਗੁਰੂ ਸਾਹਿਬ ਜੀ ਉਹ ਕੋਟਕਪੂਰੇ ਤੋਂ ਚੱਲੇ ਆਏ, ਪਿੱਛੋਂ ਚੌਧਰੀ ਕਪੂਰੇ ਨੇ ਆਪਣੇ ਪੁੱਤਰਾਂ ਮਿੱਤਰਾਂ ਸਮੇਤ ਫਿਰ ਸੋਢੀ ਕੌਲ ਰਾਏ ਦੇ ਆਖੇ ਲੱਗ ਕੇ ਇੱਥੇ ਢਿੱਲਵੀਂ ਪਿੰਡ ਆ ਕੇ ਗੁਰੂ ਸਾਹਿਬ ਦੇ ਚਰਨ ਫੜ ਲਏ ਸਨ। ਗੁਰੂ ਸਾਹਿਬ ਜੀ ਨੇ ਉਹਨੂੰ ਬਰਾੜਾਂ ਦਾ ਸਰਦਾਰ ਸਮਝ ਕੇ ਆਦਰ ਦਿੱਤਾ ਤੇ ਉਹਨੇ ਬੇਨਤੀ ਕਰਕੇ ਫਿਰ ਮਹਾਰਾਜ ਬਖਸ਼ੋ। ਮਹਾਰਾਜ ਕਹਿੰਦੇ, ਚੰਗਾ ਅੰਮ੍ਰਿਤ ਛਕਾ ਦੇ, ਹੁਣ ਤੇਰੇ ਨਾਲ ਬੀਤੂਗੀ। ਫਿਰ ਆਪਣੇ ਪੁੱਤਰਾਂ ਤੇ ਪੋਤਰਿਆਂ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ। ਜਦੋਂ ਐਸੀ ਅੰਮ੍ਰਿਤ ਦੀ ਮਹਿਮਾ ਹੋਈ, ਸੋਢੀ ਕੌਲ ਰਾਏ ਵੀ ਕਹਿਣ ਲੱਗਿਆ, ਮਹਾਰਾਜ ਸਾਨੂੰ ਵੀ ਕਿਰਪਾ ਕਰੋ। ਮਹਾਰਾਜ ਕਹਿੰਦੇ, ਹਾਂ ਅੰਮ੍ਰਿਤ ਛਕ ਲਓ, ਫਿਰ ਸਿੱਖੀ 'ਚ ਆ ਜਾਓਗੇ। ਫਿਰ ਇਹ ਅੰਮ੍ਰਿਤ ਮਹਿਮਾ ਦੇਖ ਕੇ ਸੋਢੀ ਕੌਲ ਰਾਏ ਨੇ ਆਪਣੇ ਪੋਤਰੇ ਅਭੈ ਚੰਦ ਨੂੰ ਅੰਮ੍ਰਿਤ ਛਕਾ ਕੇ ਅਭੈ ਸਿੰਘ ਬਣਾਇਆ ਤੇ ਇਹੀ ਅਭੈ ਸਿੰਘ ਫਿਰ ਚਮਕੌਰ ਮੁਕਤਸਰ ਸਾਹਿਬ ਦੀ ਜੰਗ ਦੇ ਵਿੱਚ ਸ਼ਹੀਦ ਵੀ ਹੋਇਆ। ਇਸ ਤਰ੍ਹਾਂ ਵੀ ਕਥਾ ਆਉਂਦੀ ਹੈ। ਤੇ ਜਦੋਂ ਅਭੈ ਸਿੰਘ ਬਣ ਕੇ ਗੁਰੂ ਸਾਹਿਬ ਨੇ ਬਚਨ ਕੀਤਾ ਵੀ ਜੋ ਗੁਰੂ ਰਾਮਦਾਸ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਮੀਣੇ ਦਾ ਸਰਾਪ ਦੇ ਕੇ ਹੁਕਮ ਦਿੱਤਾ ਸੀ ਕਿ ਇਹਨਾਂ ਦੀ ਸੰਤਾਨ ਨਾਲ ਕੋਈ ਸਿੱਖ ਨਾ ਵਰਤੇ, ਸੋ ਹੁਣ ਤੋਂ ਜੋ ਕੋਈ ਸੋਢੀ ਅੰਮ੍ਰਿਤ ਛਕ ਕੇ ਸਿੰਘ ਸੱਜ ਜੂਗਾ ਉਹਦੇ ਨਾਲ ਮਹਾਰਾਜ ਕਹਿੰਦੇ ਨਿਸ਼ੰਗ ਖਾਲਸਾ ਵਰਤ ਸਕਦਾ ਹੈ, ਤੇ ਦੂਜਾ ਬੇਅਮਰਤੀਏ ਨਾਲ ਇਹਨਾਂ ਮੀਣਿਆਂ ਨਾਲ ਨਹੀਂ ਵਰਤਣਾ। ਫਿਰ ਸਾਹਿਬਾਂ ਨੇ ਉਸ ਸਮੇਂ ਕਪੂਰੇ ਚੌਧਰੀ ਨੂੰ ਖੰਡਾ ਢਾਲ ਬਖਸ਼ਿਸ਼ ਕਰਕੇ ਵਰ ਦਿੱਤਾ, ਚੰਗਾ ਚੌਧਰੀਆ ਤੂੰ ਸ਼ਰਨ ਆ ਗਿਆ, ਜਦ ਤੱਕ ਇਸ ਖੰਡੇ ਦੀ ਪੂਜਾ ਅਦਬ ਤੇਰੀ ਔਲਾਦ ਕਰੂਗੀ ਤਦ ਤੱਕ ਫਿਰ ਤੇਰੀ ਔਲਾਦ ਰਾਜ ਕਰੂਗੀ। ਉਹ ਖੰਡਾ ਜਦੋਂ ਹੁਣ ਤੱਕ ਫਰੀਦਕੋਟ ਰਿਆਸਤ ਦੇ ਵਿੱਚ ਖੰਡਾ ਢਾਲਾ ਇਹ ਰਾਜਿਆਂ ਦੇ ਘਰ ਰਿਹਾ, ਫਰੀਦਕੋਟੀਆਂ ਦੇ। ਤਦ ਨੂੰ ਫਿਰ ਭੋਰ ਪਿੰਡ ਵਾਲੇ ਬਖਸ਼ਾ ਸਿੰਘ ਨੇ 2-3 ਸਵਾਰਾਂ ਦੇ ਸਮੇਤ ਜਿਹੜੇ ਸਰਹੰਦ ਤੋਂ ਚੱਲੇ ਸੀ ਖਬਰ ਦਿੱਤੀ ਕਿ ਸੂਬਾ ਸਰਹੰਦ 8-7 ਹਜ਼ਾਰ ਨਾਲ ਚੜ੍ਹਿਆ ਆ ਰਿਹਾ, 10,000 ਵੀ ਫੌਜ ਲਿਖੀ ਹੈ। 5 ਦਿਨ ਤੱਕ ਮਹਾਰਾਜ ਇੱਥੇ ਪਹੁੰਚ ਜਾਣਾ, ਜੋ ਯਤਨ ਹੋਵੇ ਉਹ ਕਰ ਲਓ। ਗੁਰੂ ਸਾਹਿਬ ਨੇ ਕਪੂਰੇ ਨੂੰ ਕਿਹਾ, ਕਪੂਰਿਆ ਤੂੰ ਇੱਥੋਂ ਦਾ ਚੰਗੀ ਤਰ੍ਹਾਂ ਭੇਤੀ ਹੈ,
ਚੰਗਾ ਹੁਣ ਕੋਈ ਚੰਗੀ ਥਾਂ ਜੰਗ ਕਰਨ ਦੀ ਦੱਸ। ਤਾਂ ਕਪੂਰੇ ਨੇ ਆਪਣਾ ਮੋਹਿਤਵਰ ਸੀ ਖਾਨਾ ਬਰਾੜ, ਇਹ ਵੀ ਇਹਦਾ ਨਾਂ ਸੀ, ਜਿਵੇਂ ਇੱਕ ਦਾਨਾ ਸੀ ਦਾਨ ਸਿੰਘ ਬਰਾੜ, ਇਹ ਖਾਨਾ ਕਿਉਂਕਿ ਇਲਾਕਾ ਬਰਾੜਾਂ ਦਾ ਸੀ। ਉਹਨੂੰ ਕਿਹਾ ਤੂੰ ਇਉਂ ਕਰ, ਤੂੰ ਗੁਰੂ ਸਾਹਿਬ ਦੇ ਨਾਲ ਹਮੇਸ਼ਾ ਰਹੀਂ ਤੇ ਚੰਗੀ ਜਗ੍ਹਾ ਮਹਾਰਾਜ ਖਿਦਰਾਣੇ ਦੀ ਢਾਬ ਹੈ, ਉੱਥੇ ਲੈ ਜਾ ਗੁਰੂ ਸਾਹਿਬ ਨੂੰ, ਕਿਉਂਕਿ ਉਹ ਬੜਾ ਚੰਗੀ ਜਗ੍ਹਾ, ਉਹਦੇ ਚਾਰੇ ਪਾਸੇ 12 ਕੋਹ ਤੱਕ ਕਿਤੇ ਪਾਣੀ ਨਹੀਂ ਹੈ। ਤੁਰਕੀ ਲਸ਼ਕਰ ਤਿਹਾਇਆ ਮਰਦਾ ਆਪੇ ਪਿੱਛੇ ਮੁੜ ਜੂਗਾ, ਕਿਉਂਕਿ ਤੁਸੀਂ ਉਹਨੂੰ ਰੋਕ ਕੇ ਰੱਖੋਗੇ। ਤਾਂ ਗੁਰੂ ਸਾਹਿਬ ਨੇ ਫਿਰ ਇਹ ਸਲਾਹ ਠੀਕ ਮੰਨ ਲਈ, ਉਧਰ ਹੀ ਕੂਚ ਕਰਤਾ। ਇਹ ਹੁਣ ਇੱਕ ਗਲਤੀ ਨੂੰ ਤਾਂ ਕਈ ਦੱਬ ਲੈਂਦੇ ਆ ਵੀ ਕਪੂਰੇ ਨੇ ਕਿਲਾ ਨਹੀਂ ਦਿੱਤਾ, ਉਹਦੇ ਬਦਲੇ ਤਾਂ ਜੋ ਫਿਰ ਮਹਾਰਾਜ ਨੇ ਉਹਦੀ ਹੋਣੀ ਸੀ ਦੱਸਤੀ। ਪਰ ਜੇ ਕਹੀਏ ਉਹ ਕਪੂਰਾ ਮਹਾਰਾਜ ਦੇ ਭਾਵਨਾ ਰੱਖਦਾ ਰਿਹਾ, ਗਲਤੀ ਵੀ ਮੰਨੀ, ਬਖਸ਼ਿਸ਼ ਵੀ ਲੈ ਲਈ ਰਾਜ ਭਾਗ ਦੀ। ਫਿਰ ਵਜੀਦ ਦੀ ਫੌਜ ਜਦੋਂ ਆਈ ਕਪੂਰੇ ਨੂੰ ਨਾਲ ਲੈ ਕੇ ਗਏ, ਕਿਉਂਕਿ ਇਧਰ ਉਹਨਾਂ ਦਾ ਇੱਕ ਤਰ੍ਹਾਂ ਨਾਲ ਅਹਿਲਕਾਰ ਸੀ 84 ਪਿੰਡਾਂ ਦਾ, ਤੇ ਫਿਰ ਇਹ ਕਪੂਰਾ ਹੀ ਸੀ ਜਿਹੜਾ ਟਿੱਬਿਆਂ 'ਚ ਝਾਕ ਮਰਾ ਕੇ ਫੌਜ ਦਾ ਸਤਿਆਨਾਸ਼ ਕਰਕੇ ਵਾਪਸ ਲਿਆਇਆ, ਕਿਉਂਕਿ ਪਾਣੀ ਨਹੀਂ ਮਿਲਿਆ ਸੀ ਉਹਨਾਂ ਨੂੰ। ਇਹਦੇ ਵਿੱਚ ਵੀ ਕਪੂਰੇ ਨੇ ਬਾਰ-ਬਾਰ ਕਹਿਣਾ ਕਿ ਹੈ ਨਹੀਂ ਪਾਣੀ ਇੱਥੇ ਅੱਗੇ ਕਿਤੇ, ਤਾਂ ਫਿਰ ਇਹ ਫੌਜ ਜਿਹੜੀ ਆ ਡਰਦੀ ਪਿੱਛੇ ਮੁੜੀ ਸੀ। ਤਰੋਹ ਵਿਚਾਰਿਓ ਢਿਲਵਾਂ ਤੋਂ ਚੱਲੇ, ਜੈਤੋਂ ਪਾਰ ਉਤਰ ਕੇ ਗੁਰੂ ਸਾਹਿਬ ਜੀ ਸੁਨਿਆਰ ਪਿੰਡ, ਸੁਨੀਅਰ ਕਹਿੰਦੇ, ਇੱਥੇ ਡੇਰਾ ਕੀਤਾ। ਉੱਥੇ ਇੱਕ ਸ਼ਾਮੇ ਨਾਮ ਦਾ ਡੋਗਰ ਸੀ, ਜਿਹਦਾ ਵੱਡਾ ਖੰਧਾ ਛਿੜਦਾ ਸੀ। ਆਪਣੇ ਘਰ ਦਾ ਸਾਰਾ ਦੁੱਧ ਕਈ ਮਣ ਸਾਹਿਬਾਂ ਦੇ ਅੱਗੇ ਲਿਆ ਰੱਖਿਆ ਤੇ ਹੋਰ ਸਰਬ ਤਰ੍ਹਾਂ ਨਾਲ ਸੇਵਾ ਕੀਤੀ। ਇੱਥੋਂ ਦੇ 3 ਜਿਹੜੇ ਸੀ ਧਾੜਵੀ, ਜਿਹੜੇ ਕਿ ਉਹ ਧਾੜਵੀ ਜੱਟ ਹੁੰਦੇ, ਧਾੜਾ ਕਰਨਾ ਭਾਵ ਚੰਗੇ ਘਰਾਂ ਤੋਂ ਲੁੱਟ ਮਾਰ ਕਰ ਲਿਆਉਂਦੇ ਸੀ, ਉਹਨਾਂ ਦਾ ਨਾਂ ਸੀ ਅਤਰਾ ਤੇ ਚਤਰਾ। ਇਹ ਸਾਰੇ ਫਿਰ ਗੁਰੂ ਕੇ ਸਿੱਖ ਬਣੇ, ਉੱਥੇ ਸਾਥੀ ਹੋ ਕੇ ਤੁਰੇ। ਅੱਗੇ ਰਾਮਿਆਣੇ ਪਿੰਡ ਤਲਾਅ ਦੇ ਕਿਨਾਰੇ ਜਾ ਕੇ ਉਤਰੇ। ਮਲਵਈ ਸਿੱਖਾਂ ਨੇ ਬਹੁਤ ਸੇਵਾ ਕੀਤੀ ਤੇ ਉੱਥੋਂ ਦਾ ਇੱਕ ਜੱਟ ਡੇਲੇ ਤੋੜਦਾ ਗੁਰੂ ਸਾਹਿਬ ਨੂੰ ਸ਼ਿਕਾਰ 'ਚ ਮਿਲਿਆ। ਜਦੋਂ ਗੁਰੂ ਸਾਹਿਬ ਨੇ ਉਹ ਤੋਂ ਡੇਲੇ ਲੈ ਕੇ ਇੱਕ ਮੂੰਹ 'ਚ ਪਾਇਆ, ਤਾਂ ਹੁਕਮ ਹੋਇਆ ਕੌੜੇ ਨੇ ਸੁੱਟ ਦੇ। ਉਹ ਜੱਟ ਨੇ ਬਚਾਉਂਦੇ ਵੀ ਮਸਾਂ ਤੋੜਿਆ, ਚੌਥਾ ਕਿ ਹਿੱਸਾ ਸੁੱਟੇ। ਮਹਾਰਾਜ ਨੇ ਫਿਰ ਕਿਹਾ ਸਾਰੇ ਸੁੱਟ ਦੇ, ਫਿਰ ਵੀ ਉਹਨੇ ਅੱਧੇ ਕੁ ਸਿੱਟੇ। ਇਸੇ ਤਰ੍ਹਾਂ 3 ਵਾਰੀ ਸੁਟਾਏ ਤਾਂ ਵੀ ਉਹ ਜੱਟ ਨੇ ਸਾਰੇ ਨਾ ਸਿੱਟੇ। ਬਚਨ ਹੋਇਆ ਜੇ ਸਾਰੇ ਸੁੱਟ ਦਿੰਦਾ ਨਾ, ਇਹ ਦੇਸ਼ ਵਿੱਚ ਕਾਲ ਨਹੀਂ ਸੀ ਪੈਣਾ। ਹੁਣ ਤੂੰ ਬਦੋ ਬਦੀ ਚੌਥੇ ਹਿੱਸੇ ਦਾ ਕਾਲ ਮਾਲਵੇ ਨੂੰ ਦੁਖਦਾਈ ਰੱਖਿਆ। ਜਦੋਂ ਰਾਮਿਆਣੇ ਤੋਂ ਚੜ੍ਹ ਕੇ ਅੱਗੇ ਤੁਰੇ ਤਾਂ ਰਾਮਿਆਣੇ ਦਾ ਚੌਧਰੀ ਜੁਗਰਾਜ, ਇਹ ਬੜਿੰਗ ਗੋਤ ਦਾ ਜੱਟ, ਅੱਗਿਓਂ ਮਹਾਰਾਜ ਨੂੰ ਮਿਲਿਆ। ਸਿੱਖਾਂ ਨੇ ਆਖਿਆ ਚੌਧਰੀ ਆ, ਜੇ ਤੁਰਕਾਂ ਦਾ ਲਸ਼ਕਰ ਆਵੇ ਤਾਂ ਦੱਸੀ ਨਾ। ਉਹਨੇ ਸਹੁੰ ਖਾਧੀ ਮੈਂ ਨਹੀਂ ਦੱਸਦਾ, ਪਰ ਜਦੋਂ ਫਿਰ ਆਏ ਤਾਂ ਉਹ ਡਰ ਗਿਆ, ਮਨ ਵਿੱਚ ਰਿਹਾ ਨਾ ਗਿਆ। ਚੌਥੇ ਕੁ ਦਿਨ ਉੱਥੇ ਤੁਰਕੀ ਫੌਜ ਆਈ, ਪੁੱਛਿਆ ਚੌਧਰੀ ਆ ਦੱਸ ਕਿਤੇ। ਡਰਦੇ ਨੇ ਝਟਪਟ ਦੱਸਤਾ ਵੀ ਇੱਧਰ ਨੂੰ ਗਏ ਆ ਮਹਾਰਾਜ, ਮੈਨੂੰ ਕਹਿ ਗਏ ਸੀ ਦੱਸੀ ਨਾ। ਇਹ ਖਬਰ ਜਦੋਂ ਗੁਰੂ ਸਾਹਿਬ ਨੂੰ ਮਿਲੀ, ਮਹਾਰਾਜ ਨੇ ਬਚਨ ਕੀਤਾ ਚੰਗਾ ਉਹਦੀ ਔਲਾਦ ਆਫਰ ਕੇ ਮਰਿਆ ਕਰੂ ਔਲਾਦ ਸਮੇਤ। ਹੁਣ ਤੱਕ ਉਹਦੀ ਔਲਾਦ ਅੰਤ ਨੂੰ ਜਦੋਂ ਕਿਸੇ ਦੀ ਮੌਤ ਆਉਂਦੀ ਆ ਉਹਨੂੰ ਅਫਰੇਵਾ ਹੋ ਜਾਂਦਾ ਉਹਨਾਂ ਨੂੰ। ਤੂੰ ਕਹਿਣ ਦਾ ਭਾਵ ਹੈ ਕਿ ਸਤਿਗੁਰਾਂ ਦੇ ਕੌਤਕ ਬਚਨ ਨੇ। ਅਜੇ ਰਾਮਿਆਣੇ ਤੋਂ ਥੋੜੀ ਦੂਰ ਹੀ ਸਾਹਿਬ ਜੀ ਗਏ ਸੀ, ਤਦ ਨੂੰ ਮਾਝੇ ਦੇ ਸਿੱਖ ਜਿਹੜੇ ਆਨੰਦਪੁਰ ਸਾਹਿਬ ਦੇ ਜੰਗ ਸਮੇਂ ਇਉਂ ਸਿੱਖੀ ਵਿਦਾਵਾ ਲੈ ਕੇ ਚਲੇ ਆਏ ਸੀ, ਗੁਰੂ ਸਾਹਿਬ ਦੇ ਕੋਲ ਪਹੁੰਚੇ। ਕਿਉਂਕਿ ਉਸ ਦੇਸ਼ ਦੇ ਲੋਕਾਂ ਨੇ ਗੁਰੂ ਸਾਹਿਬ ਦੇ ਜੰਗ ਚਮਕੌਰ ਤੇ ਸਾਹਿਬਜ਼ਾਦਿਆਂ ਦਾ ਸ਼ਹੀਦ ਹੋਣਾ ਸੁਣ ਕੇ ਸਿੱਖੀਓਂ ਵਿਦਾਵਾ ਲਿਖਣ ਵਾਲਿਆਂ ਨੂੰ ਬਹੁਤ ਤਰਕਾਰਾਂ ਦਿੱਤੀਆਂ ਤੇ ਆਖਿਆ ਤੁਸੀਂ ਮਾਝੇ ਨੂੰ ਕਲੰਕ ਲਾਇਆ। ਉਹਨਾਂ ਆਖਿਆ ਮੈਂ ਸਾਨੂੰ ਇਹ ਦੁਨੀ ਚੰਦ ਮਸੰਦ ਨੇ ਗੁਰੂ ਤੋਂ ਬੇਮੁਖ ਪਾਪੀ ਬਣਾਤਾ। ਅਸੀਂ ਹੁਣ ਇਸੇ ਚਿੰਤਾ ਚਿਖਾ ਵਿੱਚ ਪਏ ਦਿਨੇ ਰਾਤ ਛੱਡਦੇ ਹਾਂ। ਫਿਰ ਪੈਂਚਾਂ ਨੇ ਇਕੱਠੇ ਹੋ ਕੇ ਲਾਹੌਰ ਦੀ ਸੰਗਤ ਦੇ ਨਾਲ ਰਲਾ ਕੇ 200 ਮਝੈਲ ਸਿੱਖਾਂ ਨੂੰ ਇਹ ਗੱਲ ਸਿਖਾ ਕੇ ਸਾਹਿਬਾਂ ਕੋਲੇ ਭੇਜਿਆ ਵੀ ਜਿਵੇਂ ਪਿਛਲੇ ਗੁਰੂ
ਸਤੋਗੁਣੀ ਬ੍ਰਿਤੀ ਵਿੱਚ ਨਿਰਦੁੰਦ ਰਹਿੰਦੇ ਸੀ। ਜੇ ਹੁਣ ਤੁਸੀਂ ਵੀ ਉਸੇ ਰੀਤੀ ਨਾਲ ਰਹੋ ਤਾਂ ਅਸੀਂ ਸਾਰਾ ਦੇਸ਼ ਤੁਹਾਡੇ ਸਿੱਖ ਬਣੇ ਰਹਾਂਗੇ। ਨਹੀਂ ਤਾਂ ਜਿੱਕੂ ਰੋਜ਼ ਬਾਦਸ਼ਾਹੀ ਹਾਕਮਾਂ ਨਾਲ ਝਿੜੇ ਬਖੇੜੇ ਰਹਿੰਦੇ ਐ, ਇਸ ਤਰ੍ਹਾਂ ਫਿਰ ਜੰਗ ਯੁੱਧ ਪੁੱਗਣੇ ਨਹੀਂ। ਇਹੋ ਜਿਹੇ ਦੰਦ ਉਠਾਉਣ ਵਾਲੇ ਗੁਰੂ ਦੀ ਸਿੱਖੀ ਸੇਵਕੀ ਨਿਭਾਉਣੀ ਔਖੀ ਹੈ। ਇਹ ਸਨ ਜਿਹੜੇ ਚੌਧਰੀ, ਇਹਨਾਂ ਦੇ ਨਾਂ ਵੀ ਹੁਣ ਇੱਥੇ ਦਾ ਸੰਖੇਪ ਹੈ ਲਿਖੇ ਆ। ਭਾਗ ਸਿੰਘ, ਦਿਲਬਾਗ ਸਿੰਘ, ਘੰਡਾ ਸਿੰਘ, ਕਰਬਾਰਾ ਸਿੰਘ, ਇਹ ਜਿਹੜੇ ਨੇ ਇਹ ਪੱਟੀ ਦੇ ਚੌਧਰੀ ਸਨ। ਤੇ ਦੋ ਮਾਈ ਭਾਗੋ ਦੇ ਸਕੇ ਭਾਈ, ਦੋ ਚਾਚੇ ਤਾਏ ਦੇ ਪੁੱਤ ਸੀ। ਚੌਧਰੀ ਸਰਕਾਰ ਦਾ ਦਬਾਅ ਪੈਂਦਾ ਸੀ ਕਿ ਮਹਾਰਾਜ ਦਾ ਸਮਝੌਤਾ ਕਰਾਓ ਸਾਡੇ ਨਾਲ। ਇਸ ਕਰਕੇ ਇਹਨਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ। ਪਰ ਫਿਰ ਜਦੋਂ ਮਹਾਰਾਜ ਕਹਿੰਦੇ ਇੱਥੋਂ ਵੀ ਲਿਖਾਇਆ, ਕਹਿੰਦੇ ਚੰਗਾ ਲਿਖ ਕੇ ਦੇ ਦਿਓ, ਸਾਡਾ ਤੁਹਾਡਾ ਰਿਸ਼ਤਾ ਨਹੀਂ। ਜਦੋਂ ਫਿਰ ਇਹ ਲਿਖ ਕੇ ਤੁਰੇ, ਥੋੜੀ ਦੂਰ ਗਏ, ਪੁੱਛਿਆ ਸਾਰਿਆਂ ਨੇ, ਮਾਈ ਭਾਗੋ ਨੇ, ਮਾਈ ਭਾਗੋ ਦਾ ਪਤੀ ਨਿਧਾਨ ਸਿੰਘ, ਮਾਈ ਭਾਗੋ ਦਾ ਦਿਓਰ ਸੁਲਤਾਨ ਸਿੰਘ, ਭਾਈ ਮਹਾ ਸਿੰਘ, ਸਾਰਿਆਂ ਨੇ ਚੌਧਰੀ ਚਾਰ ਜਣਿਆਂ ਨੇ ਨਾ ਜਿਹਨਾਂ ਦਸਤਖਤ ਕੀਤੇ, ਕਹਿੰਦੇ ਵੀ ਇਸ ਤਾਂ ਇਉਂ ਲਿਖਿਆ ਏ ਮਹਾਰਾਜ ਨਾਲ। ਫਿਰ ਉਹ ਲਾਹਣਤਾਂ ਪਈਆਂ। ਦੇਖੋ ਉੱਥੋਂ ਵਾਪਸ ਵੀ ਤੁਰੇ। ਕਈ ਗੱਲਾਂ ਜਿਹੜੀਆਂ ਨੇ ਇੱਕ ਪਾਸੜ ਤਾਂ ਲੈ ਲੈਂਦੇ ਆ ਵੀ ਐਂ ਦੇਖੋ ਜੀ ਉਹ ਲਿਖ ਕੇ ਦੇ ਆਏ ਸੀ। ਜਦੋਂ ਫਿਰ ਉਹਨਾਂ ਨੂੰ ਪਛਤਾਵਾ ਹੋਇਆ, ਆਏ ਉਦੋਂ ਨੂੰ ਮਹਾਰਾਜ ਅੱਗੇ ਚਲੇ ਗਏ ਸੀ। ਮੁਕਤਸਰ ਜੰਗ ਜਿਹੜੀ ਹੋਈ ਹੈ ਉਹਦੇ ਵਿੱਚ ਚਾਰੇ ਦਸਤਖਤ ਕਰਨ ਵਾਲੇ ਮਾਈ ਭਾਗੋ ਦੇ ਭਰਾ, ਦੋ ਸਕੇ ਭਾਈ, ਦੋ ਚਾਚੇ ਤਾਏ ਦੇ ਪੁੱਤ, ਚੌਹੇ ਜਾਣੇ ਸ਼ਹੀਦ ਹੋਏ। ਫਿਰ ਜੰਗ ਵੀ ਲੜੀ ਮਹਾਰਾਜ ਦੀ ਖੁਸ਼ੀ ਲਈ। ਮਾਈ ਭਾਗੋ ਦਾ ਪਤੀ ਨਿਧਾਨ ਸਿੰਘ ਸ਼ਹੀਦ ਹੋਇਆ, ਸੁਲਤਾਨ ਸਿੰਘ ਦਿਓਰ ਸੀ ਉਹ ਵੀ ਸ਼ਹੀਦ ਹੋਇਆ। ਇਸ ਤਰ੍ਹਾਂ ਇਹਨਾਂ ਦਾ ਵੀ ਗੋਤ ਜਿਹੜਾ ਸੀ, ਮਾਈ ਭਾਗੋ ਦੇ ਜਿਹੜਾ ਪਤੀ ਸੀ ਸਹੁਰਿਆਂ ਦਾ ਗੋਤ, ਇਹ ਬੜੈਚ ਜੱਟ ਸੀ। ਤੇ ਜਿਹੜੇ ਇਹ ਇੱਧਰ ਪੇਕਾ ਗੋਤ ਸੀ ਇਹਨਾਂ ਦਾ, ਇਹ ਢਿੱਲੋਂ ਜੱਟ ਸਨ। ਇਸ ਤਰ੍ਹਾਂ ਇਹਨਾਂ ਦੀ ਜਿਹੜੀ ਹੈ ਤੋ ਰਹੋ ਵਿਚਾਰ। ਉਸ ਸਮੇਂ ਫਿਰ ਇਹੋ ਜਿਹੀਆਂ ਗੱਲਾਂ ਹੋਈਆਂ ਤਾਂ ਤੇ ਮਹਾਰਾਜ ਕਹਿੰਦੇ ਵੀ ਜਿਹੜੀ ਪਿੱਛੇ ਹੋ ਬੀਤੀ, ਮਹਾਰਾਜ ਨੂੰ ਕਹਿੰਦੇ ਬੀਤ ਗਈ। ਬੜੇ ਭਾਰੇ ਨੁਕਸਾਨ ਉਠਾਏ ਐ, ਬੇਅੰਤ ਸਿੱਖ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਆਨੰਦਪੁਰ ਦੀ ਵਿਭਉ ਪਾਤਸ਼ਾਹ ਵਰਗੀ ਉਹ ਨਸ਼ਟ ਹੋ ਗਈ, ਔਰ ਅਸੀਂ ਬਾਦਸ਼ਾਹੀ ਪਰਜਾ ਹਾਂ, ਸਾਡਾ ਉਹਨਾਂ ਨਾਲ ਲੜਨਾ ਨਹੀਂ ਬਣਦਾ। ਹੁਣ ਤੁਸੀਂ ਸਾਡੀ ਬੇਨਤੀ ਮੰਨ ਕੇ ਕਿਰਪਾ ਕਰੋ, ਅੱਗੇ ਨੂੰ ਜੰਗ ਯੁੱਧ ਕਰਨਾ ਛੱਡ ਦਿਓ, ਕੇਵਲ ਸੰਤ ਸਰੂਪ ਵਿੱਚ ਰਹੋ। ਸ਼ਾਹੀ ਹਾਕਮਾਂ ਨਾਲ ਤੁਹਾਡੀ ਸਫਾਈ ਅਸੀਂ ਮਾਝੇ ਦੇ ਨੰਬਰਦਾਰ ਹਾਂ, ਇਕੱਠੇ ਹੋ ਕੇ ਆਪੇ ਕਰਾ ਦਿਆਂਗੇ, ਤੁਸੀਂ ਭੋਰਾ ਭਰ ਫਿਕਰ ਨਹੀਂ ਕਰਨਾ। ਇਸ ਤਰ੍ਹਾਂ ਸਿੱਖੀ ਸੇਵਕੀ ਦੇ ਤੁਹਾਡੀ ਗੁਰਿਆਈ ਵਡਿਆਈ ਚੰਗੀ ਤਰ੍ਹਾਂ ਬਣੀ ਰਹੂਗੀ। ਜਦੋਂ ਇਹੋ ਜਿਹੀਆਂ ਅਨੇਕਾਂ ਗੱਲਾਂ ਉਹਨਾਂ ਚੌਧਰੀਆਂ ਦੇ ਕੁਝ ਮਸੰਦਾਂ ਨੇ ਕੀਤੀਆਂ, ਜਿਨ੍ਹਾਂ ਨੂੰ ਗੁਰੂ ਸਾਹਿਬ ਕੋਲ ਭੁੱਲ ਬਖਸ਼ਾਉਣ ਤੇ ਅੱਗੇ ਸੁਲ੍ਹਾ ਸਫਾਈ ਰਖਾਉਣ ਲਈ ਭੇਜਿਆ ਸੀ, ਤਾਂ ਉਹਨਾਂ ਨੇ ਰਾਮਿਆਣੇ ਪਿੰਡ ਗੁਰੂ ਸਾਹਿਬ ਕੋਲ ਪਹੁੰਚ ਕੇ ਪਹਿਲਾਂ ਮੱਥਾ ਟੇਕਿਆ, ਪਦਾਰਥ ਚੜਾਇਆ, ਫਿਰ ਆਪਣੇ ਦੇਸ਼ ਦੇ ਚੌਧਰੀਆਂ ਵੱਲੋਂ ਸਿੱਖ ਕੇ ਆਏ ਉਹ ਸਾਰੀ ਕਥਾ ਐਨ ਬੈਨ ਸੁਣਾਤੀ। ਗੁਰੂ ਸਾਹਿਬ ਨੇ ਕ੍ਰੋਧ ਕਰਕੇ ਆਖਿਆ, ਉਹ ਤੁਸੀਂ ਚੌਧਰੀਓ ਹੁਣ ਗੁਰੂ ਬਣ ਕੇ ਸਾਨੂੰ ਸਮਝਾਉਣ ਆਏ ਹੋ ਕਿ ਸਿੱਖ ਬਣ ਕੇ? ਜੇ ਵੱਡੇ ਚਤਰ ਗੁਰੂ ਬਣ ਕੇ ਆਏ ਹੋ ਤਾਂ ਤੁਹਾਡੀ ਸਿੱਖਿਆ ਲੈਣ ਦੀ ਸਾਨੂੰ ਲੋੜ ਨਹੀਂ, ਤੁਸੀਂ ਜਿੱਧਰੋਂ ਆਏ ਉਧਰੇ ਚਲੇ ਜਾਓ, ਕਿਉਂਕਿ ਗੁਰੂ ਸਾਨੂੰ ਅਸੀਂ ਨਹੀਂ ਬਣਾਉਂਦੇ ਤੇ ਸਿੱਖ ਤੁਸੀਂ ਨਹੀਂ ਬਣਦੇ। ਜੇ ਤੁਸੀਂ ਗੁਰੂ ਕੇ ਸਿੱਖ ਹੁੰਦੇ ਤਾਂ ਫਿਰ ਐਸਾ ਕੁਝ ਸਾਡੇ ਨਾਲ ਗੱਲ ਨਾ ਕਰਦੇ। ਦਗੇ ਵਾਰੀ ਤੇ ਕਹਿਰਾਂ ਵਾਲੀ ਗੱਲ ਹੈ। ਤੁਸੀਂ ਸਾਡੇ ਸਿੱਖ ਹੁੰਦੇ ਨਾ ਤਾਂ ਫਿਰ ਇਹ ਕੁਛ ਨਹੀਂ ਸੀ ਕਰਨਾ। ਦੁੱਖ ਸੁੱਖ ਭੀੜ ਸੰਘੀੜ ਸਾਡੇ ਨਾਲ ਰਹਿੰਦੇ। ਇਉਂ ਦੇਖੋ ਜਿਵੇਂ ਮਲਵਈ ਸਿੱਖਾਂ ਨੇ ਸਹਾਰੀ ਹੈ। ਹੁਣ ਤੁਸੀਂ ਸਾਡੇ ਝਗੜੇ ਨਿਬੇੜਨ ਵਾਲੇ ਕਿੱਥੋਂ ਸਮਰੱਥ ਹੋ ਗਏ? ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਭਾਣਾ ਵਰਤਿਆ, ਉੱਥੋਂ ਤਾਂ ਤੁਸੀਂ ਵਿੱਚ ਆ ਕੇ ਝਗੜੇ ਨਿਬੇੜ ਸਕੇ। ਫਿਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੀਸ ਦੇ ਉਦੋਂ ਨਾ ਤੁਸੀਂ ਤੁਰਕਾਂ ਨੂੰ ਸਮਝਾ ਸਕੇ। ਸਾਹਿਬਜ਼ਾਦੇ ਸ਼ਹੀਦ ਹੋ ਗਏ ਉਦੋਂ ਨਾ, ਤੇ ਹੁਣ ਸਾਨੂੰ ਸਮਝਾਉਣ ਜੋਗੇ ਕਿੱਥੋਂ ਹੋ ਗਏ? ਤੁਸੀਂ ਮਹਾਰਾਜ ਕਹਿੰਦੇ ਕਿਉਂ ਨਕੰਮਿਆਂ ਵਿੱਚ ਹੁੰਦੇ ਹੋ? ਹੁਣ ਅਸੀਂ ਨਾ ਜੰਗ ਕਰਨੋਂ ਹਟਦੇ ਹਾਂ, ਨਾ ਤੁਹਾਡਾ ਉਪਦੇਸ਼ ਸੁਣਦੇ ਹਾਂ। ਤੁਸੀਂ ਸਿੱਖ ਬਣ ਕੇ ਅੱਗੇ ਨੂੰ ਸਾਨੂੰ ਕੀ ਨਫਾ ਦਿੱਤਾ, ਹੁਣ ਕੀ ਸਵਾਰੋਗੇ? ਤੁਹਾਡੀ ਸਿੱਖੀ ਸੇਵਕੀ ਤੋਂ ਅਸੀਂ ਰੱਜ ਗਏ ਹਾਂ। ਜਾਓ ਤੁਸੀਂ ਜਿਹੋ ਜਿਹੇ ਹੋਏ ਜਿਹੋ ਜਿਹੇ ਨਾ ਹੋਏ,
ਮਹਾਰਾਜ ਨੇ ਐਸੀਆਂ ਜਦੋਂ ਗੱਲਾਂ ਕਹੀਆਂ ਨੇ ਵੀ ਹੁਣ ਤੁਸੀਂ ਸਿੱਖੀ ਦਾ ਦਾਵਾ ਜੋ ਕੁਝ ਬਾਕੀ ਰਹਿੰਦਾ ਹੈ ਨਾ ਉਹ ਲਿਖ ਕੇ ਚਲੇ ਜਾਓ, ਇੱਥੇ ਸਾਡਾ ਅਕਾਲ ਪੁਰਖ ਬਾਲੀ ਹੈ, ਛੇਤੀ ਬਦਾਵਾ ਲਿਖੋ, ਚਰਨੇ ਲਾਓ। ਫਿਰ ਇਹ ਰਾਮਿਆਂ ਨੇ ਵੀ ਲਿਖਿਆ ਗਿਆ ਸੀ। ਜਦੋਂ ਬਹੁਤ ਰੁੱਖੇ ਹੋ ਕੇ ਗੁਰੂ ਸਾਹਿਬ ਨੇ 3-4 ਵਾਰੀ ਬਚਨ ਕੀਤਾ, ਫਿਰ ਨੀਵੇਂ ਸਿਰ ਕਰਕੇ ਸ਼ਰਮਿੰਦੇ ਹੋ ਕੇ ਸੁਣਦੇ ਰਹੇ। ਤਦ ਨੂੰ ਕਿਸੇ ਨੇ ਖਬਰ ਦੇਤੀ, ਮਹਾਰਾਜ ਧੂੜ ਉੱਡਦੀ, ਤੁਰਕਾਂ ਦੀ ਫੌਜ ਆਈ ਆ, ਦੇਰ ਨਾ ਕਰੋ, ਸਵਾਰ ਹੋਵੋ। ਗੁਰੂ ਮਹਾਰਾਜ ਦੀ ਫੌਜ ਪਹਿਲਾਂ ਹੀ ਸਨੱਧਬੱਧ ਤਿਆਰ ਖੜੀ ਸੀ। ਉਸੇ ਘੜੀ ਉਤਸ਼ਾਹ ਦੇ ਨਾਲ ਸਤਿਗੁਰੂ ਦੇ ਸਵਾਰ ਹੋਣ ਸਾਰ ਨਗਾਰੇ ਦੀ ਚੋਟ ਸੁਣ ਕੇ ਸਭ ਚੜ੍ਹ ਬੈਠੇ। ਫਿਰ ਖਾਨੇ ਬਰਾੜ ਨੇ ਆਪਣਾ ਘੋੜਾ ਮੂਹਰੇ ਲਾ ਲਿਆ। ਮਝੈਲ ਸਿੱਖ ਜਿਹੜੇ ਗਏ ਸੀ ਉਹ ਚਿੰਤਾਤੁਰ ਹੋ ਕੇ ਬੈਠੇ ਰਹੇ, ਕੀ ਬੀਤ ਗਿਆ ਸਾਡੇ ਨਾਲ। ਅਜੇ ਗੁਰੂ ਸਾਹਿਬ ਕੋਹ ਭਰ ਵੀ ਨਹੀਂ ਸੀ ਗਏ ਕਿ ਅਕਾਲ ਪੁਰਖ ਦੇ ਪ੍ਰੇਰੇ ਹੋਏ। ਫਿਰ ਇਹ ਗਿੱਲ ਜੱਟ, ਮਾਨ ਜੱਟ, ਇੱਧਰ ਦੇ ਇਲਾਕੇ ਦੇ ਗਿੱਲ ਮਾਨ, ਇਹ ਬੜੇ ਵੱਡੇ ਗੋਤ ਸਨ। ਫੂਲ ਮਹਾਰਾਜ ਕੇ ਫਿਰ ਬਰਾੜ ਹੋਰ ਇਤਿਆਦਿਕ ਜ਼ਿਮੀਂਦਾਰ, ਇਸ ਦੇਸ਼ ਦੇ ਮਾਨੀ ਗ੍ਰਾਮੀ ਧਾੜਵੀ ਬਹਾਦਰ ਲੋਕ ਜਿਹੜੇ ਅਨੇਕਾਂ ਦਿਨਾਂ ਦੇ ਸੁਣ ਰਹੇ ਸੀ ਕਿ ਗੁਰੂ ਕੇ ਪਿੱਛੇ ਸ਼ਾਹੀ ਲਸ਼ਕਰ ਆ ਰਿਹਾ, ਤੁਰੰਤ ਆ ਕੇ ਗੁਰੂ ਸਾਹਿਬ ਦੇ ਲਸ਼ਕਰ ਦੇ ਵਿੱਚ ਸ਼ਾਮਲ ਹੋ ਗਏ। ਗੁਰੂ ਸਾਹਿਬ ਗੁਰੂ ਕੀ ਇਹ ਵਡਿਆਈ ਮਾਨਤਾ ਦੇਖ ਕੇ ਜਿਹੜੇ ਫਿਰ ਉਹ ਮਝੈਲ ਸਿੱਖ ਚੰਗੇ ਸੂਰਬੀਰ ਸਿਦਕੀ ਸੀ, ਉਹ 50 ਦੀ ਗਿਣਤੀ ਫਿਰ ਮਾਈ ਭਾਗੋ ਦੇ ਪ੍ਰੇਰੇ ਹੋਏ ਆਪਣਾ ਲੋਕ ਪਰਲੋਕ ਇਸੇ ਤਰ੍ਹਾਂ ਸੁਧਰਦਾ ਦੇਖ ਕੇ ਫਿਰ ਉਹਨਾਂ ਕਿਹਾ ਮਾਫੀ ਮੰਗੀ। ਹੁਣ ਮਾਫੀ ਦਾ ਜੰਗ ਦਾ ਟਾਈਮ ਹੈ। ਮਾਈ ਭਾਗੋ ਕਹਿਣ ਲੱਗੀ ਜੰਗ ਕਰੋ, ਮਾਫੀ ਤਾਂ ਹੁਣ ਸ਼ਹੀਦੀ ਦਵਾਊਗੀ। ਸ਼ਹੀਦੀ ਪਦ ਲੈਣ ਵਾਸਤੇ ਫਿਰ ਉਹ ਮਾਝੇ ਵਾਲੇ ਵੀ ਗੁਰੂ ਕੇ ਲਸ਼ਕਰ ਦੇ ਪਿੱਛੇ ਲੱਗ ਪਏ। ਤੇ ਇਸ ਤਰ੍ਹਾਂ ਜਦੋਂ ਫਿਰ ਗੁਰੂ ਪਾਤਸ਼ਾਹ ਮਹਾਰਾਜ ਰਾਮਿਆਣੇ ਤੋਂ 4 ਕੋ ਰੂਪੇਆਣੇ ਪਿੰਡ ਦੇ ਕੋਲ ਗਏ ਤਾਂ ਰੂਪੇ ਖੱਤਰੀ ਦਾ ਪੋਤਰਾ ਸਰੂਪਾ 1 ਰੁਪਈਆ ਤੇ ਭੇਲੀ ਗੁੜ ਦੀ ਲੈ ਕੇ 10-20 ਆਦਮੀਆਂ ਨਾਲ ਪਿੰਡੋਂ ਬਾਹਰ ਗੁਰੂ ਕਿਆਂ ਨੂੰ ਆ ਕੇ ਮਿਲਿਆ। ਗੁਰੂ ਸਾਹਿਬ ਕਹਿੰਦੇ ਡੇਰਾ ਕਰੀਏ। ਉਹ ਕੰਬ ਕੇ ਆਖਿਆ ਵੀ ਪਿੰਡ ਨੂੰ ਤੁਰਕ ਉਜਾੜ ਛੱਡਣਗੇ। ਬਚਨ ਹੋਇਆ ਪਿੰਡ ਤਾਂ ਉਜੜ ਕੇ ਫੇਰ ਵਸ ਜੂ, ਤੇਰੀ ਔਲਾਦ ਨਹੀਂ ਵਸਣੀ। ਉਸ ਪਿੰਡ ਦੇ ਟਾਂਗੂ ਨੇ ਦੱਸਿਆ ਭਾਈ ਸਿੱਖੋ ਧੂੜ ਉੱਡਦੀ ਤੁਹਾਡੇ ਪਿੱਛੇ ਨਜ਼ਰ ਆ ਰਹੀ ਹੈ। ਇਹ ਗੱਲ ਸੁਣ ਕੇ ਫਿਰ ਦਾਨ ਸਿੰਘ ਬਰਾੜ ਉਹਦੇ ਪੁੱਤਰ ਨੇ ਗੁਰੂ ਮਹਾਰਾਜ ਦੇ ਘੋੜੇ ਨੂੰ ਕੋੜਰਾ ਜਿਹਾ ਮਾਰ ਕੇ ਆਖਿਆ ਕਿ ਟਰੜੀਏ ਪੋਈਏ ਪਾਓ, ਮਗਰ ਤੁਰਕ ਆਉਂਦਾ ਹੈ। ਗੁਰੂ ਸਾਹਿਬ ਕਹਿਣ ਲੱਗੇ ਤੂੰ ਇਹਨੂੰ ਕੋਰੜਾ ਕ ਮਾਰਾ, ਤੇਰੀ ਔਲਾਦ ਮਾਰੀ ਜਾਏ, ਜਾਨ ਭਾਈ ਨੂੰ ਕੋਰੜਾ ਲਾਉਣਾ। ਇਹ ਬਚਨ ਸੁਣ ਕੇ ਫਿਰ ਭਾਈ ਦਾਨ ਸਿੰਘ ਬਰਾੜ ਨੇ ਦੀਨ ਹੋ ਕੇ ਉਸੇ ਸਮੇਂ ਮਹਾਰਾਜ ਦੇ ਚਰਨ ਫੜ ਲਏ, ਬੇਨਤੀ ਕੀਤੀ ਮਹਾਰਾਜ ਬਖਸ਼ ਲਓ, ਇਹ ਮੇਰਾ ਪੁੱਤਰ ਹੈ। ਅਸੀਂ ਬਰਾੜ ਜੱਟ ਅੜਬਾਂ ਜੀ, ਵਿਚਾਰ ਕੇ ਨਹੀਂ ਬੋਲਦੇ ਤੇ ਤੁਹਾਡਾ ਕਿਹਾ ਬਿਰਥਾ ਨਹੀਂ ਜਾਂਦਾ। ਜਿਉਂ ਜਾਣੋ ਮੇਰੀ ਔਲਾਦ ਰੱਖੋ, ਰੱਖਣ ਯੋਗ। ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਦਾਨ ਸਿੰਘਾ ਜੇ ਤੇਰਾ ਪੁੱਤਰ ਹੈ ਮੇਰਾ ਵੀ ਪੁੱਤਰ ਹੈ, ਬਾਪ ਤੇ ਬੇਟੇ ਦੀ ਗਾਲ ਨਹੀਂ ਹੁੰਦੀ। ਤਾਂ ਦਾਨ ਸਿੰਘ ਕਹਿੰਦਾ ਭਲਾ ਗੁਰੂ ਜੀ ਸੁੱਖ ਕਰਨੀ। ਚੜੇ ਜਾਂਦਿਆਂ ਸਾਹਿਬਾਂ ਨੂੰ ਤ੍ਰੇਹ ਲੱਗੀ, ਸਿੱਖ ਜਲ ਲੱਭਣ ਲੱਗੇ, ਕਿਤੋਂ ਨਾ ਮਿਲਿਆ। ਰਾਏ ਖਾਂ ਨੇ ਛਾਂਗਲ ਭਰੀ ਹੋਈ ਸੀ ਤਾਂ ਉਹਨੇ ਇੱਕ ਕਟੋਰੇ ਦਾ 1 ਰੁਪਈਆ ਮੁੱਲ ਮੰਗਿਆ। ਕੋਥੇ ਦਾ ਰਾਏ ਖਾਂ ਸੀ, ਖਜ਼ਾਨਚੀ ਦੇਣ ਲੱਗਿਆ ਤਾਂ ਮੋਹਰ ਮੰਗ ਲਈ ਉਹਨੇ। ਸੋ ਮੋਹਰ ਦੇ ਕੇ ਕਟੋਰਾ ਜਲਦਾ ਉਸ ਤੋਂ ਲੈ ਕੇ ਗੁਰੂ ਸਾਹਿਬ ਨੇ ਬਚਨ ਕੀਤਾ ਜਾ ਹੋਏ ਪਾਣੀਓ ਪਤਲਾ ਲਖਾਨਾ। ਤਦ ਨੂੰ ਇੱਕ ਸਿੱਖ ਨੇ ਉੱਚੇ ਬਿਰਸ਼ ਤੇ ਚੜ੍ਹ ਕੇ ਅਰਜ਼ ਕੀਤੀ ਸੱਚੇ ਪਾਤਸ਼ਾਹ ਵੀ ਤੁਰਕ ਜਿਹੜੇ ਆ ਉਹ ਨੇੜੇ ਆ ਪੁੱਜੇ, ਅਜੇ ਇੱਥੋਂ ਕੋਹ ਖਦਰਾਣਾ ਹੈ। ਮਹਾਰਾਜ ਕਹਿੰਦੇ ਕੋਈ ਡਰ ਨਹੀਂ, ਤੁਸੀਂ ਫਿਕਰ ਨਾ ਕਰੋ, ਰੋਕਣ ਵਾਲੇ ਆਪੇ ਰੋਕ ਲੈਣਗੇ ਉਹਨਾਂ ਨੂੰ। ਮਹਾਰਾਜ ਨੂੰ ਪਤਾ ਸੀ ਜਾਣੀ ਜਾਣ ਨੂੰ ਮਾਝੇ ਵਾਲੇ ਹੁਣ ਮਗਰੇ ਹੀ ਆ ਰਹੇ ਆ। ਗੁਰੂ ਸਾਹਿਬ ਤਾਂ ਹੁਣ ਸਰਬੱਗ ਤੋਂ ਸਿੱਖਾਂ ਨੂੰ ਖਬਰ ਨਹੀਂ ਸੀ ਕਿ ਸਾਡੇ ਪਿੱਛੇ ਤੁਰਕਾਂ ਦੇ ਅੱਗੇ ਅੱਗੇ ਮਝੈਲ ਸਿੰਘ ਵੀ ਆਉਂਦੇ ਆ ਮਾਝੇ ਵਾਲੇ। ਇਹਨੇ ਨੂੰ ਖਦਰਾਣੇ ਦੇ ਕੰਢੇ ਗੁਰੂ ਸਾਹਿਬ ਨੂੰ ਬਰਾੜ ਲੈ ਗਏ। ਜਲ ਭਰਿਆ ਤੇ ਗਹਿਰਾ ਜੰਗਲ ਦੇਖ ਕੇ ਬਹੁਤ ਖੁਸ਼ੀ ਹੋਈ। ਇਹ 3 ਢਾਬਾਂ ਸੀ, ਖਦਰਾਣਾ, ਧਿੰਗਾਣਾ ਤੇ ਰੂਪਾਣਾ। 2 ਢਾਬਾਂ ਉਸ ਸਮੇਂ ਸੁੱਕੀਆਂ ਸੀ, ਇਹਦੇ ਵਿੱਚ ਹੀ ਜਲ ਸੀ ਖਦਰਾਣੇ। ਭਾਈ ਦਾਨ ਸਿੰਘ ਬਰਾੜ ਕਹਿੰਦਾ ਮਹਾਰਾਜ
ਇੱਥੇ ਸਾਰੇ ਸੁੱਖ ਨੇ। ਅਸੀਂ ਜਲ ਰੋਕ ਲੈਂਦੇ ਹਾਂ, ਤੁਰਕ ਤਿਹਾਏ ਮਰਦੇ ਆਪੇ ਮੁੜ ਜਾਣਗੇ। ਜੇ ਉਹਨਾਂ ਦਾ ਜ਼ੋਰ ਪੈਂਦਾ ਡਿੱਠਿਆ ਤਾਂ ਫਿਰ ਅੱਗੇ ਹੋ ਜਾਣਗੇ। ਨਾਲੇ ਇਸ ਕੇਰ ਦੀ ਆੜ ਵਿੱਚ ਲੜਾਈ ਚੰਗੀ ਹੋ ਸਕਦੀ ਹੈ। ਤੇ ਇਉਂ ਹੀ ਸਮਾਂ ਪਾ ਕੇ ਫਿਰ ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਇਹ ਗੱਲ ਸੁਣ ਕੇ ਸਾਹਿਬ ਜੀ ਉਹ ਤਲਾਅ ਦੇ ਪੱਛਮ ਵੱਲ ਨੂੰ ਟਿੱਬੀ ਤੇ ਜਾ ਕੇ ਖੜ ਕੇ ਜੰਗ ਦੀ ਸਲਾਹ ਕਰਨ ਲੱਗੇ। ਤਦ ਨੂੰ ਸ਼ਾਹੀ ਲਸ਼ਕਰ ਨੇੜੇ ਆ ਪਹੁੰਚਿਆ। ਜਿਹੜੇ ਮਝੈਲ ਸਿੱਖ ਸਾਹਿਬਾਂ ਦੇ ਮਗਰ ਮਗਰ ਆ ਰਹੇ ਸੀ, ਉਹਨਾਂ ਨੇ ਵੈਰੀਆਂ ਨਾਲ ਜੰਗ ਕਰਨ ਦੀ ਦ੍ਰਿੜ ਇੱਛਾ ਧਾਰ ਕੇ ਸ਼ਹੀਦ ਹੋਣ ਲਈ ਕਿ ਗੁਰੂ ਹੁਣ ਇਉਂ ਹੀ ਬਖਸ਼ੂ, ਉਸੇ ਢਾਬ ਦੇ ਪੂਰਬ ਵੱਲ ਨੀਵੀਂ ਜਗ੍ਹਾ ਮੋਰਚੇ ਥਾਪ ਲਏ ਤੇ ਆਪ ਨੂੰ ਥੋੜਿਆਂ ਤੋਂ ਬਹੁਤਾ ਦਿਖਾਉਣ ਵਾਸਤੇ ਤੇ ਇਸ ਖਿਆਲ ਤੋਂ ਕਿ ਤੁਰਕ ਅਗਾਹਾਂ ਗੁਰੂ ਸਾਹਿਬ ਵੱਲ ਨਾ ਚਲੇ ਜਾਣ, ਪਹਿਲਾਂ ਅਸੀਂ ਮੁੱਠ ਭੇੜ ਕਰ ਲਈਏ। ਸਾਰਿਆਂ ਨੇ ਆਪਣੇ ਬਸਤਰ ਜਿਹੜੇ ਸੀ ਝਾੜੀਆਂ ਦੀਆਂ ਸੀ ਬਿਰਛਾਂ ਦੇ ਉੱਤੇ ਖੰਡਾਤੇ, ਜਿਨ੍ਹਾਂ ਨੂੰ ਇਉਂ ਸਮਝੇ ਤੁਰਕੀ ਫੌਜ ਵੀ ਇੱਥੇ ਤੰਬੂ ਲੱਗੇ ਹੋਏ ਆ। ਉਹ ਤੰਬੂ ਲੱਗੇ ਹੋਏ ਸਮਝ ਕੇ ਤੁਰਕਾਂ ਦੀ ਫੌਜ ਫਿਰ ਸਾਰੀ ਉਧਰੇ ਹੀ ਝੁਕ ਗਈ। ਇਹ ਸਿੱਖ ਤਾਂ ਆਦੇ ਇੱਧਰ ਬੈਠਿਆ ਤੰਬੂ ਲਾਈ। ਜਦੋਂ ਐਨ ਮਾਰ ਹੇਠ ਆਈ ਤਾਂ ਸਿੰਘਾਂ ਨੇ ਇੱਕੋ ਵਾਰੀ ਬਾਰ ਝਾੜਤੀ, ਜਿਹਦੇ ਨਾਲ 20-50 ਡਿੱਗੇ। ਅਚਾਚੇਤ ਝਾੜਾਂ ਵਿੱਚੋਂ ਬੰਦੂਕਾਂ ਚੱਲੀਆਂ। ਵਜੀਦ ਖਾਂ ਨੇ ਆਖਿਆ ਵੀ ਠੀਕ ਇੱਥੇ ਹੀ ਸਿੱਖਾਂ ਦਾ ਸਮੇਤ ਗੁਰੂ ਹੈ। ਫੌਜ ਨੇ ਪਿੱਛੇ ਹਟਣ ਦਾ ਹੁਕਮ ਇਸੇ ਲਈ ਦਿੱਤਾ ਕਿ ਦੇਖ ਭਾਲ ਕੇ ਲੜਾਂਗੇ। ਤਦ ਨੂੰ ਸਿੰਘਾਂ ਨੇ ਕਾੜ ਕਾਂਡ ਜਿਹੜੇ ਰਾਮ ਜੰਗੇ ਫੇਰ ਭੰਡ ਕੇ 30 ਹੋਰ ਤੁਰਕ ਮਾਰੇ। ਫੇਰ ਤਾਂ ਭਾਵੇਂ ਸੰਘਣੇ ਬਿਰਛਾਂ ਵਿੱਚ ਨੀਵੇਂ ਥਾਂ ਬੈਠੇ ਸਿੱਖ ਤੁਰਕਾਂ ਨੂੰ ਚੰਗੀ ਤਰ੍ਹਾਂ ਨਾ ਦੱਸੇ, ਪਰ ਤੀਰਾਂ ਗੋਲੀਆਂ ਦੀ ਵਰਖਾ ਕਰਨ ਲੱਗੇ। ਦੋਹਾਂ ਪਾਸਿਆਂ ਤੋਂ ਬੰਦੂਕ ਚੱਲਣ ਲੱਗੀਆਂ। ਜਦੋਂ ਬੰਦੂਕਾਂ ਕੜਕੜਾਹਟ ਸੁਣ ਕੇ ਗੁਰੂ ਸਾਹਿਬ ਨੇ ਸਵਾਰ ਭੇਜਿਆ ਤਾਂ ਉਹਨੇ ਜੰਗ ਹੁੰਦਾ ਦੇਖ ਕੇ ਦੱਸਿਆ, ਮਹਾਰਾਜ ਮਾਝੇ ਦੇ ਜਿਹੜੇ ਸਿੰਘ ਆਏ ਸੀ ਉਹ ਲੜ ਰਹੇ ਨੇ। ਫਿਰ ਗੁਰੂ ਸਾਹਿਬ ਨੇ ਟਿੱਬੀ ਤੇ ਖੜ ਕੇ ਬੜੇ ਤੀਰ ਚਲਾਏ। ਉਹ ਇੱਕ ਇੱਕ ਤੀਰ 5-5 ਦੇ ਵਿੱਚ ਦੀ ਪਾਰ ਹੋ ਜਾਂਦਾ। ਗੁਰੂ ਸਾਹਿਬ ਨੇ ਬੜੇ ਚੁਣ ਚੁਣ ਕੇ ਸਰਦਾਰ ਮਾਰੇ ਤੁਰਕਾਂ ਦੇ। ਸ਼ਾਹੀ ਫੌਜ ਨੂੰ ਝਾੜਾਂ ਵਿੱਚ ਲੁਕੇ ਹੋਏ ਸਿੱਖ ਜਿੰਨਾ ਚਿਰ ਚੰਗੀ ਤਰ੍ਹਾਂ ਨਾ ਦਿਸੇ ਉਹਨਾਂ ਚਿਰ ਉਹ ਅੱਗੇ ਨਾ ਵਧੇ। ਜਦੋਂ ਇਹ ਜਾਣ ਲਿਆ ਕਿ ਇੱਥੇ ਗੁਰੂ ਨਹੀਂ, ਥੋੜੇ ਜਿਹੇ ਸਿੰਘ ਨੇ ਫਿਰ ਵਜੀਦ ਖਾਨ ਨੇ ਫੌਜ ਦਾ ਹੱਲਾ ਕਰਤਾ। ਫਿਰ ਚੰਗੀ ਮਾਰੋ ਮਾਰ ਕਾੜ ਕਾੜ ਦੀ ਆਵਾਜ਼ ਨਾਲ ਆਕਾਸ਼ ਗੂੰਜ ਉੱਠਿਆ। ਸਿੰਘ ਸ਼ਮਸ਼ੇਰ ਖਿੱਚ ਖਿੱਚ ਕੇ ਤੁਰਕਾਨੀ ਫੌਜਾਂ ਦੇ ਉੱਤੇ ਸ਼ੇਰਾਂ ਵਾਂਗੂ ਕੁੱਦ ਪਏ। ਖਟਾਖਟ ਤਲਵਾਰਾਂ ਚੱਲਣ ਲੱਗੀਆਂ। ਧਰਤੀ ਲਾਲ ਗੁਲਾਲ ਹੋ ਗਈ। ਬੇਅੰਤ ਘੋੜੇ ਸਿਪਾਹੀ ਫੱਟੜ ਤੇ ਮੁਰਦੇ ਦਿਸਣ ਲੱਗੇ। ਸ਼ਾਹੀ ਸਿਪਾਹੀ ਪਿੱਛੇ ਨੂੰ ਮੁੜੇ ਤਾਂ ਵਜੀਦ ਖਾਨ ਨੇ ਵੰਗਾਰ ਵੰਗਾਰ ਕੇ ਮੋੜ ਮੋੜ ਲਿਆਂਦੇ। ਬੇਅੰਤ ਧੜ ਸਿਰ ਰੁੰਡ ਮੁੰਡ ਧਰਤੀ ਤੇ ਬਿਖਰ ਗਏ। ਇੱਕ ਇੱਕ ਸਿੰਘ ਨੇ 11-11 ਨੂੰ ਥਾਂ ਰੱਖਿਆ। ਭਾਵੇਂ ਸਿੰਘ ਛਾਨਣੀ ਵਾਂਗੂ ਗੋਲੀਆਂ ਤੀਰਾਂ ਨੇ ਕਰ ਸੁੱਟੇ, ਪਰ ਪਿੱਛਾ ਪੈਰ ਕਿਸੇ ਨੇ ਨਹੀਂ ਰੱਖਿਆ। ਸਾਰੇ ਅੱਗੇ ਵੱਧ ਵੱਧ ਕੇ ਵਾਰ ਕਰਦੇ ਦੁਸ਼ਮਣ ਦੇ ਵੈਰੀਆਂ ਦੇ ਦਲ ਵਿੱਚ ਹਲਚਲ ਪਾਤੀ ਤੇ ਤੋਬਾ ਤੋਬਾ ਕਰਨ ਲੱਗ ਪਏ। ਪੁਕਾਰਾਂ ਮੱਚ ਗਈਆਂ। ਤੁਰਕਾਂ ਦੇ ਦੰਦ ਐਸੇ ਖੱਟੇ ਕੀਤੇ ਕਿ ਡਰਦਾ ਮਾਰਿਆ ਕੋਈ ਅੱਗੇ ਨਾ ਵਧਿਆ। ਭਾਵੇਂ ਇੱਧਰ ਗੁਰੂ ਸਾਹਿਬ ਦੇ ਤੀਰਾਂ ਦੀ ਪਛਾੜ ਨੇ ਵੀ ਬਹੁਤ ਸਰਦਾਰ ਪਛਾੜ ਸਿੱਟੇ, ਪਰ ਮਝੈਲਾਂ ਨੇ ਖੂਬ ਆਹੂ ਲਾਹੇ। ਜੀ ਤੋਂ ਤੁਰਕਾਂ ਨੂੰ ਇਹ ਭਰੋਸਾ ਹੋ ਗਿਆ ਖਬਰੇ ਕਿੰਨੀ ਕੁ ਫੌਜ ਗੁਰੂ ਵੱਲੋਂ ਇੱਥੇ ਲੜ ਰਹੀ ਹੈ, ਜੋ ਸਾਰੇ ਪਾਸਿਆਂ ਤੋਂ ਹੀ ਤੀਰ ਗੋਲੀਆਂ ਭਰਾ ਕੇ ਸਾਡੀ ਫੌਜ ਦਾ ਸੱਤਿਆਨਾਸ਼ ਕਰ ਰਹੇ ਆ। ਹੁਣ ਇੱਕ ਤਾਂ ਇਹ ਸੰਸਾ ਵਜੀਦ ਖਾਨ ਨੂੰ ਜਾਣਿਆ, ਦੂਜਾ ਵਿਸਾਖ ਦਾ ਮਹੀਨਾ ਸੀ, ਤਿੱਖੀ ਧੁੱਪ ਹੈ ਤੇ ਫੌਜ ਨੂੰ ਐਸਾ ਵਿਆਕੁਲ ਕੀਤਾ ਸਾਰਿਆਂ ਦੇ ਪ੍ਰਾਣਾਂ ਨੂੰ ਬਣ ਗਈ। ਕਿਉਂਕਿ ਭਾਵੇਂ ਚੌਧਰੀ ਕਪੂਰੇ ਆਦਿਕ ਦੇ ਦੱਸੇ ਹੋਏ ਤੁਰਕਾਂ ਨੇ ਖਦਰਾਣੇ ਤਲਾਅ ਵਿੱਚੋਂ ਜਲ ਪੀਣ ਲਈ ਬਥੇਰੇ ਹੱਲੇ ਕੀਤੇ, ਮੋਏ ਮਾਰੇ, ਪਰ ਸਿੱਖਾਂ ਨੇ ਤਲਾਅ ਤਾਲ ਦਾ ਮੂੰਹ ਨਾ ਦੇਖਣ ਦਿੱਤਾ। ਇਸ ਲਈ ਜਦੋਂ ਸੂਬੇ ਨੇ ਆਪਣੀ ਫੌਜ ਦਾ ਬੁਰਾ ਹਾਲ ਵੇਖ ਕੇ ਕਪੂਰੇ ਨੂੰ ਆਖਿਆ, ਦੱਸ ਪਾਣੀ ਕਿੱਥੇ ਹੈ? ਜਲ ਫੌਜ ਧਿਆਈ ਮਰਦੀ ਹੈ। ਕਪੂਰਾ ਕਹਿਣ ਲੱਗਿਆ, ਸੂਬਾ ਜੀ ਇਸ ਜੰਗਲ ਵਿੱਚ 30 ਕੋਹ ਕਿਤੇ ਪਾਣੀ ਨਹੀਂ ਹੈ ਜੇ ਅੱਗੇ ਨੂੰ ਜਾਵਾਂਗੇ। ਹਾਂ, ਜੇ ਪਿੱਛੇ ਹਟ ਗਏ ਤਾਂ 10 ਕੋਹ ਤੇ ਪਾਣੀ ਲੱਭ ਜੂਗਾ, ਨਹੀਂ ਤਾਂ ਤਿਕਾਲਾਂ ਤੱਕ ਸਭ ਧਿਆਏ ਮਰ ਜਾਣਗੇ। ਵਜੀਦ ਖਾਂ ਕਹਿਣ ਲੱਗਿਆ ਵੀ ਇੱਕ ਤਾਂ ਆਹ ਮੋਮਨ ਲੋਕ ਜੋ ਸ਼ਹੀਦ ਹੋ ਗਏ ਇਹਨਾਂ ਨੂੰ ਦਫਨਾ ਚਲੀ, ਦੂਜੇ ਜਿਹੜੇ ਸਿੰਘਾਂ ਦਾ ਝੁੰਡ ਸਾਡੇ ਨਾਲ ਲੜ ਕੇ ਮੋਏ ਪਏ ਐ,
ਖਬਰ ਇਹਨਾਂ ਵਿੱਚ ਗੁਰੂ ਦੀ ਲੋਥ ਹੋਵੇ, ਲੱਭ ਕੇ ਉਹਦਾ ਸਿਰ ਲੈ ਚੱਲੀਏ ਤੇ ਬਾਦਸ਼ਾਹ ਤੋਂ ਇਨਾਮ, ਨੇਕ ਨਾਮੀ, ਬਹਾਦਰੀ ਦੇ ਮਰਤਬਾ ਲਵਾਂਗੇ। ਸਾਰੀ ਦੁਨੀਆ ਉੱਤੇ ਮੇਰਾ ਜਸ ਹੋ ਜੂ ਕਿ ਜਿਸ ਗੁਰੂ ਗੋਬਿੰਦ ਸਿੰਘ ਹਿੰਦ ਦੇ ਪੀਰ ਨੇ ਜੰਗ ਕਰਕੇ 22 ਧਾਰ ਦੇ ਪਹਾੜੀ ਰਾਜੇ ਅਨੇਕਾਂ ਵਾਰੀ ਮਾਰ ਕੇ ਬਿੱਲ ਚ ਵਾੜ ਦਿੱਤੇ। ਕਈ ਲੱਖ ਸ਼ਾਹੀ ਫੌਜ ਨੂੰ ਅੰਗੂਠਾ ਚੁਮਾ ਕੇ ਮਾਰ ਮਾਰ ਕੇ ਸਥਾਰ ਪਾਏ, ਸਹੀ ਸਲਾਮਤ ਨਿਕਲ ਗਿਆ ਸੀ। ਉਹਨੂੰ ਵਜੀਦ ਖਾਂ ਨੇ ਮਾਰ ਲਿਆ। ਉਹ ਗੱਲ ਸੁਣ ਕੇ ਕਪੂਰਾ ਕਹਿਣ ਲੱਗਿਆ, ਵਜੀਦ ਖਾਂ ਤੂੰ ਕਿਹੜੇ ਕਿਹੜੇ ਭੁਲਾਵਿਆਂ ਦਾ ਭੁੱਲਿਆ ਹੈ, ਗੁਰੂ ਤੇਰੇ ਮਾਰਨ ਦਾ ਨਹੀਂ, ਉਹ ਇੱਥੇ ਬੈਠਾ, ਉਹਦੇ ਖਬਰਾਂ ਕਿੱਥੇ ਨਿਕਲ ਗਿਆ ਹੈ। ਆ ਬਾਕੀ ਜਿਹੜੇ ਮਰ ਗਏ, ਦੱਬੇ ਗਏ, ਦੱਬਣ ਚ ਕੀ ਪਿਆ, ਕਦੇ ਦੱਬਣ ਲੱਗੇ ਅਸੀਂ ਤੁਸੀਂ ਨਾ ਦੱਬੇ ਜਾਈਏ। ਇੱਥੇ ਗਰਮੀ ਪਾਣੀ ਮਿਲਣਾ ਨਹੀਂ ਤੇ ਹੁਣ ਤਾਂ 4 ਕੋ ਨਿਕਲ ਚੱਲਾਂਗੇ। ਜੇ ਤਿਹਾਏ ਮਰਦੇ ਬੇਹੋਸ਼ ਹੋ ਕੇ ਇੱਥੇ ਡਿੱਗ ਪਏ ਨਾ, ਆ ਸਿੱਖ ਜਿਹੜੇ ਆ ਚਫੇਰਿਓਂ ਤੀਰ ਭਰਾ ਰਹੇ ਆ, ਹੁਣ ਦੂਰੋਂ ਆਉਂਦੇ ਮਹਾਰਾਜ ਦੇ ਤੀਰ ਸੀ। ਕਪੂਰਾ ਜਾਣਦਾ, ਕਹਿੰਦਾ ਯਾਦ ਰੱਖ ਪਲੋ ਪਲੀ ਵਿੱਚ ਦਲੀਆ ਕਰ ਸੁੱਟਣਗੇ। ਖਾਨ ਸਾਹਿਬ ਮੋਇਆਂ ਦੇ ਸੰਭਾਲਣ ਦੀ ਨਾ ਕਰ, ਤੂੰ ਜਿਉਂਦਿਆਂ ਨੂੰ ਬਚਾ ਲਾ, ਨਹੀਂ ਤਾਂ ਇਹੋ ਧਰਤੀ ਕਰਬਲਾ ਬਣ ਜਾਣੀ ਹੈ। ਦੱਬਣ ਫੂਕਣ ਜੋਗਾ ਕੋਈ ਰਹਿਣਾ ਨਹੀਂ ਇੱਥੇ। ਹੁਣ ਤਾਂ ਤੁਹਾਡੀ ਫਤਿਹ ਹੋ ਗਈ। ਜਿਹੜੇ ਸਿੱਖ ਤੁਹਾਡੇ ਸਾਹਮਣੇ ਲੜਦੇ ਸੀ ਉਹ ਤਾਂ ਸਭ 4-4 ਨੂੰ ਮਾਰ ਕੇ ਸ਼ਹੀਦ ਹੋ ਗਏ। ਬਾਕੀ ਦਿਆਂ ਨੂੰ ਝਾੜਾਂ 'ਚ ਇੱਥੇ ਕਿੱਥੋਂ ਲੱਭਦਾ ਫਿਰੇਗਾ। ਫਿਰ ਇਹ ਤਾਂ ਬਰਾੜ, ਤਾਂ ਇਹ ਤਾਂ ਇਹਨਾਂ ਦੇ ਇਲਾਕਾ ਝਾੜਾਂ ਦੇ ਸੂਹੇ ਨੇ। ਤੇਰੀ ਫੌਜ ਨੂੰ ਪਤਾ ਨਹੀਂ ਕਿੱਧਰੋਂ ਆਏ ਆ, ਕਿੱਧਰ ਜਾਣਾ, ਕੁਝ ਧਿਆਈ ਮਰ ਜਾਣਗੇ। ਕਈਆਂ ਨੂੰ ਇਹਨਾਂ ਬਰਾੜਾਂ ਨੇ ਵਿਉਂਤ ਲੈਣਾ। ਹੁਣ ਵੇਲਾ ਹੈ, ਵਾਪਸ ਮੁੜ ਚੱਲ। ਇਹ ਗੱਲ ਸੁਣ ਕੇ ਸ਼ਮਸ਼ ਖਾਂ ਫੌਜਦਾਰ ਤੇ ਕਾਜੀ ਅਕਬਰ ਅਲੀ ਖਾਂ ਬੁੱਲਾਂ ਤੇ ਜੀਭ ਫਿਰ ਕੇ ਕਹਿਣ ਲੱਗੇ, ਨਾਜ਼ਮ ਸਾਹਿਬ ਕਪੂਰਾ ਚੌਧਰੀ ਬਹੁਤ ਸਿਆਣਾ ਹੈ, ਇਹ ਜੋ ਕੁਛ ਆਖਦਾ ਉਹ ਸੱਚ ਹੈ, ਮੰਨਣਾ ਚਾਹੀਦਾ, ਨਹੀਂ ਤਾਂ ਅਸੀਂ ਹੋ ਬੀਤੇ ਫਿਰ ਇੱਥੇ ਲਬਾਂ ਸੁੱਕਦੀਆਂ। ਜੇ ਤੂੰ ਪਿੱਛੇ ਵਾਗ ਨਾ ਮੋੜੀ, ਸਾਰੀ ਫੌਜ ਧਿਆਈ ਮਰਦੀ ਤਿੱਤਰ ਬਿੱਤਰ ਹੋ ਜਾਊਗੀ ਤੇ ਮੁੜ ਕੇ ਬਾਦਸ਼ਾਹ ਦੀ ਕਰੋਪੀ ਹੋਊ। ਵਜੀਦੇ ਖਾਂ ਨੇ ਇਸ ਗੱਲ ਨੂੰ ਠੀਕ ਸਮਝ ਕੇ ਉਸੇ ਵੇਲੇ ਇਹ ਮਨੋਮਨੀ ਕਹਿ ਕੇ ਚਲੋ ਆਪਣੀ ਫਤਿਹ ਹੋ ਗਈ, ਫਤਿਹ ਹੋ ਗਈ, ਉਹ ਨਗਾਰਾ ਵਜਾ ਕੇ ਪਿੱਛੇ ਨੂੰ ਮੋੜ ਲੀਆਂ ਫੌਜਾਂ। ਫਿਰ ਤੇ ਇੱਕ ਤੋਂ ਇੱਕ ਸਭ ਤੁਰਕਾਨੀ ਭੱਜ ਤੁਰੇ। ਮੁਰਦੇ ਕੀ ਸਪੇਟਣੇ ਸੀ, ਤੜਫਦੇ ਘਾਇਲ ਵੀ ਕਿਸੇ ਨੇ ਨਹੀਂ ਸੰਭਾਲੇ, ਉਹ ਵੀ ਧਿਆਏ ਮਰ ਗਏ। ਤੁਰਕਾਂ ਦਾ ਨੱਸ ਜਾਣਾ ਸੁਣ ਕੇ ਗੁਰੂ ਸਾਹਿਬ ਨੇ ਵਿਰਾਨ ਭੂਮੀ ਵਿੱਚ ਆ ਕੇ ਵੇਖਿਆ, ਇੱਕ ਇੱਕ ਸਿੱਖ ਦੇ ਕੋਲੇ 7-7 ਤੁਰਕ ਮਰੇ ਪਏ ਆ। ਮਾਈ ਭਾਗੋ ਜਿਹੜੀ ਮਝੈਲ ਸਿੰਘਾਂ ਨਾਲ ਮਰਦਾਂ ਵਾਲਾ ਬਾਣਾ ਪਾ ਕੇ ਤੁਰਕਾਂ ਨਾਲ ਜੰਗ ਕਰਨਾ, ਅਨੇਕਾਂ ਨੂੰ ਮਾਰ ਕੇ ਤਲਾਅ ਕੰਢੇ ਬੈਠੀ ਆਪਣੇ ਜ਼ਖਮ ਧੋ ਰਹੀ ਸੀ। ਗੁਰੂ ਸਾਹਿਬ ਨੂੰ ਵੇਖ ਕੇ ਬਹੁਤ ਖੁਸ਼ ਹੋਈ ਤੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਇਹ ਮਾਈ ਭਾਗੋ ਜਿਹੜੀ ਆ ਸਾਹਿਬਜ਼ਾਦਾ ਜੋਰਾਵਰ ਸਿੰਘ ਦੀ ਚੁੰਘਾਵੀ ਬੜੀ ਬਹਾਦਰੀ ਨਾਲ ਆਨੰਦਪੁਰ ਦੇ ਜੰਗ ਯੁੱਧਾਂ ਵਿੱਚ ਵੀ ਲੋਹ ਸਾਂਗ ਰੱਖਦੀ ਰਹੀ। ਫਿਰ ਮਾਝੇ ਦੇ ਸਿੱਖਾਂ ਨੂੰ ਜੋ ਸਿੱਖੀ ਤੋਂ ਬਦਾਵਾ ਲੈ ਗਏ ਸੀ, ਮਿਹਣੇ ਮਾਰ ਕੇ ਗੁਰੂ ਸਾਹਿਬ ਕੋਲ ਲਿਆਈ। ਹੁਣ ਜਦ ਉਸ ਨੇ ਗੁਰੂ ਸਾਹਿਬ ਦੇ ਕੋਲ ਮਝੈਲ ਸਿੰਘਾਂ ਦੇ ਸ਼ਹੀਦ ਹੋਣ ਦੀ ਕਥਾ ਸੁਣਾਈ, ਦੱਸਤਾ ਮਹਾਰਾਜ ਜਿਹੜੇ ਲਿਖਣ ਵਾਲੇ ਦਸਤਖਤ ਕਰਨ ਵਾਲੇ ਸੀ ਮੇਰੇ ਚਾਰੇ ਭਰਾ ਉਹ ਵੀ ਸ਼ਹੀਦੀ ਪਾ ਗਏ ਆ, ਪਤੀ ਦਿਓਰ ਸਭ ਸ਼ਹੀਦੀਆਂ ਪਾ ਗਏ ਆ, ਸਿੱਖ ਭਾਈ ਮਹਾਂ ਸਿੰਘ ਹੋਣੀ ਸਾਰੇ। ਜਦੋਂ ਸਾਰੀ ਕਥਾ ਸੁਣਾਈ ਤੇ ਗੁਰੂ ਸਾਹਿਬ ਜੀ ਉਹਨਾਂ ਦੀ ਕਰਨੀਪੁਰ ਦ੍ਰਿਸ਼ਟ ਕਰਕੇ ਨੇਤਰ ਭਰੇ ਆਏ ਮਹਾਰਾਜ ਦੇ। ਜਿਹੜੇ ਸਿੰਘ ਸਨਮੁਖ ਹੋ ਕੇ ਜੂਝੇ ਉਹਨਾਂ ਨੂੰ ਚੁਕਵਾ ਕੇ ਆਪਣੇ ਰੁਮਾਲ ਨਾਲ ਉਹਨਾਂ ਦੇ ਮੂੰਹ ਪੂੰਝ ਕੇ ਕਿਸੇ ਨੂੰ 5000 ਕਿਸੇ ਨੂੰ 7000 ਇਹੋ ਜਿਹੇ ਵਰ ਦਿੰਦੇ। ਮਹਾਰਾਜ ਚਿਖਾ ਤੇ ਧਰਦੇ ਗਏ। ਜਿਵੇਂ ਪਿਤਾ ਪੁੱਤਰ ਨਾਲ ਤੇ ਮਿੱਤਰ ਮਿੱਤਰ ਨਾਲ ਅਤਿਅੰਤ ਸਨੇਹ ਕਰਦੇ ਆ, ਤਿਉਂ ਹੀ ਪ੍ਰੇਮ ਨਾਲ ਉਹਨਾਂ ਦੇ ਗੁਣ ਵਰਣਨ ਕਰਦੇ ਰਹੇ। ਤਦ ਨੂੰ ਇੱਕ ਸੱਚਾ ਸਿਦਕੀ ਸਿੱਖ ਮਹਾਂ ਸਿੰਘ ਸਹਿਕ ਦਾ ਹੱਥ ਲੱਗਿਆ। ਗੁਰੂ ਸਾਹਿਬ ਨੇ ਜਲ ਪਿਲਾ ਕੇ ਉਹਦੇ ਜ਼ਖਮ ਧਵਾ ਕੇ ਉਸ ਦਾ ਮੂੰਹ ਪੂੰਝਿਆ ਤਾਂ ਉਹਨੇ ਅੱਖਾਂ ਖੋਲੀਆਂ। ਜਿਸ ਗੁਰੂ ਮੂਰਤ ਦਾ ਧਿਆਨ ਉਹ ਹਿਰਦੇ ਵਿੱਚ ਕਰਦਾ ਸੀ, ਉਸੇ ਦਾ ਦੀਦਾਰ ਪ੍ਰਤੱਖ ਵੇਖ ਕੇ ਐਸਾ ਆਨੰਦਿਤ ਹੋਇਆ ਜਿਵੇਂ ਕੋਈ ਮਹਾਰੋਗੀ ਨੂੰ ਅੰਮ੍ਰਿਤ ਤੇ ਨਿਰਧਨ ਨੂੰ ਚਿੰਤਾਮਣੀ ਲੱਭ ਜੇ। ਇੱਕ ਟੱਕ ਸਤਿਗੁਰਾਂ ਦੇ ਵੱਲ ਵੇਖਣ ਲੱਗਿਆ। ਕਲਗੀਧਰ ਪਾਤਸ਼ਾਹ ਕਹਿੰਦੇ, ਮੇਰੇ ਪਰਮ ਪਿਆਰੇ ਸਿੱਖ ਪੁੱਤਰ ਕੁਛ ਮੰਗ ਲੈ।
ਉਹਨੇ ਅਤਿਅੰਤ ਹੌਲੀ ਹੌਲੀ ਇਹ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਬੜੇ ਉੱਤਮ ਭਾਗ ਹੋਏ ਜੋ ਅੰਤ ਸਮੇਂ ਆਪ ਦਾ ਦਰਸ਼ਨ ਹੋਇਆ। ਹੁਣ ਮੇਰੀਆਂ ਸਭ ਇੱਛਾ ਪੂਰਨ ਹੋ ਗਈਆਂ। ਜੇ ਤੁਰਠੇ ਹੋ ਤਾਂ ਇਹ ਕਿਰਪਾ ਕਰੋ, ਜਿਹੜੀ ਲਿਖਤ ਮਾਝੇ ਦੇ ਸਿੱਖ ਗੁਰਸਿੱਖੀ ਦੇ ਵਿਦਾਵੇ ਦੀ ਲਿਖ ਕੇ ਦੇ ਗਏ ਨੇ ਨਾ, ਉਹਨੂੰ ਪਾੜ ਕੇ ਟੁੱਟੀ ਮੇਲ ਲਓ। ਗੁਰੂ ਸਾਹਿਬ ਨੇ ਫਰਮਾਇਆ, ਸਿੱਖਾ ਤੂੰ ਕੁਛ ਹੋਰ ਮੰਗ ਲੈ, ਤੇਰੇ ਲੋਕ ਪਰਲੋਕ ਦੇ ਕੰਮ ਆਵੇ। ਪਰ ਉਹ ਭਾਈ ਮਹਾ ਸਿੰਘ, ਉਹ ਸਿਦਕੀ ਸਿੱਖ ਨੇ ਫੇਰ ਇਹੋ ਹੀ ਬੇਨਤੀ ਕੀਤੀ। ਕਹਿੰਦਾ, ਮਹਾਰਾਜ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਮਹਾਰਾਜ ਸਿੱਖ ਆਪ ਦੇ ਪੁੱਤਰ ਨੇ, ਆਪ ਇਹਨਾਂ ਦੇ ਅਪਰਾਧ ਬਖਸ਼ਣ ਯੋਗ। ਟੂਟੀ ਗਾਢਨ ਹਾਰ ਗੋਪਾਲ, ਸਰਬ ਜੀਆ ਆਪੇ ਪ੍ਰਤਿਪਾਲ। ਹੇ ਭਗਵਾਨ, ਆਪ ਟੁੱਟੀ ਗੰਢਣ ਨੂੰ ਸਮਰੱਥ, ਸੇਵਕਾਂ ਤੇ ਕਿਰਪਾ ਕਰੋ। ਇਸ ਦੀ ਅਤਿਅੰਤ ਉਪਕਾਰ, ਇਹ ਜਿਹੜਾ ਹੈ ਪਰਉਪਕਾਰ ਦੇ ਵਿੱਚ ਪ੍ਰੀਤੀ ਵੇਖ ਕੇ, ਸੋ ਇਹ ਜਿਹੜਾ ਹੈ ਨਾ ਪਰਉਪਕਾਰ, ਇਹ ਹੁਣ ਐਸਾ ਇਹਨੂੰ ਵਰਣਨ ਕਰਨਾ, 200 ਵਰ੍ਹੇ ਦਾ ਜਿਹੜਾ ਕੌਮੀ ਪ੍ਰੇਮ ਹੈ ਉਹ ਆਪ ਨੂੰ ਜਗਾਉਂਦਾ ਹੈ ਕਿ ਅਜਿਹਾ ਕੌਮੀ ਪ੍ਰੇਮ ਆਪ ਨੂੰ ਸਭ ਨੂੰ ਕਰਨਾ ਠੀਕ ਹੈ। ਇਸ ਤਰ੍ਹਾਂ ਇਹਨੂੰ ਪਰਉਪਕਾਰ ਕਹਿੰਦੇ ਨੇ, ਸਰਬੱਤ ਦੇ ਭਲੇ ਦੀ ਗੱਲ ਕਰਨੀ, ਤੇ ਇਸ ਕਰਕੇ ਇਹਦੇ ਨਾਲ ਹੀ ਲੋਕ ਸੁਖੀਏ ਤੇ ਪ੍ਰਲੋਕ ਸੁਹੇਲਾ ਹੁੰਦਾ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਇਸ ਦੀ ਐਸੀ ਪਰਉਪਕਾਰ ਦੀ ਪ੍ਰੀਤੀ ਵੇਖ ਕੇ ਸਤਿਗੁਰਾਂ ਕਿਹਾ, ਧੰਨ ਸਿੱਖੀ ਧੰਨ ਖਾਲਸਾ। ਇਹ 3 ਵਾਰੀ ਕਹਿ ਕੇ ਮਹਾਰਾਜ ਨੇ ਉਹ ਕਾਗਜ਼ ਨੂੰ ਉਸ ਭਾਈ ਮਹਾ ਸਿੰਘ ਸਿੱਖ ਦੇ ਸਾਹਮਣੇ ਪਾੜਤਾ। ਉਸ ਵੇਲੇ ਭਾਈ ਮਹਾ ਸਿੰਘ ਨੇ ਅਤ ਉੱਤਮ ਸਮਾਂ ਸਮਝ ਕੇ ਗੁਰੂ ਦੇ ਦਰਸ਼ਨ ਕਰਦਿਆਂ ਫਿਰ ਦੇਹ ਛੱਡਤੀ। ਬਿਵਾਨਪੁਰ ਬੈਠ ਕੇ ਸੱਚਖੰਡ ਦਾ ਨਿਵਾਸ ਜਾ ਲਿਆ। ਗੁਰੂ ਸਾਹਿਬ ਨੇ ਉਸੇ ਚਿਖਾ ਪਰ ਉਹਨੂੰ ਧਰਾ ਕੇ ਚੰਡੀ ਪ੍ਰਚੰਡ ਕਰਾਤੀ। ਮੁਖੋਂ ਇਹ ਫਰਮਾਇਆ, ਸੁਭਾਏ ਮਾਨ ਮੁਖ ਤੋਂ ਭਾਈ ਸਿੱਖੋ, ਜਿੱਥੇ ਕੋਈ 1-2 ਰਿਸ਼ੀ ਮੁਨੀ ਤਪ ਕਰਦੇ ਨੇ ਉਹ ਜਗ੍ਹਾ ਪੂਜਣ ਯੋਗ ਹੋ ਜਾਂਦੀ ਹੈ। ਇੱਥੇ ਤਾਂ ਬਹੁਤ ਯੋਧੇ ਧਰਮ ਯੁੱਧ ਕਰਕੇ ਸਨਮੁਖ ਜੂਝੇ ਐ। ਇਸ ਵਾਸਤੇ ਕੋਈ ਇਸਤਰੀ ਪੁਰਖ ਸ਼ਰਧਾ ਨਾਲ ਇਸ ਤੀਰਥ ਵਿੱਚ ਆ ਕੇ ਇਸ਼ਨਾਨ ਕਰੇਗਾ, ਉਹ ਜਮਰਾਜ ਦੀ ਪੁਰੀ ਨਹੀਂ ਦੇਖੇਗਾ, ਸਿੱਧਾ ਸੱਚਖੰਡ ਨੂੰ ਜਾਏਗਾ। ਸਹਿਜੇ ਹੀ ਸਾਲੋਕ ਮੁਕਤੀ ਦੇਣ ਵਾਲਾ ਹੋਣ ਕਰਕੇ ਇਸ ਦਾ ਨਾਮ ਮੁਕਤ ਸਰ ਹੋਇਆ। ਭਾਵੇਂ ਇਸ ਜੰਗ ਵਿੱਚ ਸਿੰਘ ਤਾਂ ਹੋਰ ਵੀ ਬਹੁਤ ਸ਼ਹੀਦ ਹੋਏ, ਪਰ ਜਿਨ੍ਹਾਂ ਮਾਝੇ ਦੇ ਸਿੰਘਾਂ ਨੇ ਇੱਕ ਢਾਲ ਹੇਠਾਂ ਲੜ ਕੇ ਸ਼ਹੀਦੀ ਪਾਈ ਸੀ, ਪ੍ਰਸੰਗ ਤੇ ਨਾਮ ਉਹਨਾਂ ਦਾ ਹੀ ਫਿਰ ਪੋਥੀਆਂ ਦੇ ਵਿੱਚ ਲਿਖਿਆ ਹੋਇਆ। ਤੇ ਜਿੱਥੇ ਸੰਸਕਾਰ ਕੀਤਾ ਉੱਥੋਂ ਦਾ ਨਾਮ ਸ਼ਹੀਦਗੰਜ, ਤੇ ਜਿੱਥੇ ਉਹਨਾਂ ਨੇ ਝਾੜਾਂ ਤੇ ਬਸਤਰ ਤਾਣੇ ਸੀ, ਤੰਬੂ ਦਿਖਾਏ, ਉਹਦਾ ਨਾਮ ਤੰਬੂ ਸਾਹਿਬ ਮਸ਼ਹੂਰ ਹੈ। ਗਰਮੀ ਦੇ ਸਬਬ ਗੁਰੂ ਸਾਹਿਬ ਜੀ ਫਿਰ ਉੱਥੇ ਜਾ ਠਹਿਰੇ। ਉਸੇ ਜਿਵੇਂ ਜੰਗ ਤਾਂ ਜਿਹੜਾ ਮੁਕਤਸਰ ਦਾ ਇਹ ਵਿਸਾਖ ਵਿੱਚ ਹੋਇਆ, ਪਰ ਭਾਈ ਲੰਗਰ ਸਿੰਘ ਜੀ ਜੋ ਕਿ ਗੁਰੂ ਸਾਹਿਬ ਦੇ ਨਾਲ ਰਹਿੰਦੇ ਸੀ, ਤੇ ਜਿਨ੍ਹਾਂ ਦਾ ਜਿਹੜਾ ਹਰੀਕੇ ਪਿੰਡ ਹੈ ਉਹ ਪਿੰਡ ਬਹੁਤ ਉੱਘਾ, ਕਈ ਵਰ੍ਹਿਆਂ ਪਿੱਛੋਂ ਫਿਰ ਇਸ ਸਥਾਨ ਦੇ ਪਤੇ ਦਲ ਦੇ ਸਿੰਘਾਂ ਨੂੰ ਦੱਸ ਕੇ ਮਾਘੀ ਦਾ ਮੇਲਾ ਠਹਿਰਾਇਆ, ਕਿਉਂਕਿ ਰੁੱਤ ਮਾਲਵੇ ਦੇਸ਼ ਵਿੱਚ ਯਾਤਰਾ ਕਰਨ ਲਈ ਬਹੁਤ ਚੰਗੀ ਹੁੰਦੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਇਉਂ ਇੱਥੋਂ ਉਸ ਜਗ੍ਹਾ ਠਹਿਰੇ। ਜਿੰਨੇ ਸਿੰਘ ਜੂਝੇ ਸਭ ਦਾ ਫਿਰ ਸੰਸਕਾਰ ਕਰਾ ਕੇ ਤਰਕਾਲਾਂ ਨੂੰ ਨਾਂਗੇ ਦੀ ਸਰਾਂ, ਪਿੰਡ ਜਿਹੜਾ ਮੁਕਤਸਰ ਤੋਂ ਫਿਰ ਸਤਕੋਟ ਢਾਬ ਦੇ ਕੰਢੇ ਉਤਰੇ, ਤੇ ਇੱਥੇ ਜੋਗੀ ਰਹਿੰਦਾ ਸੀ, ਤੇ ਉਹਦੀ ਉਮਰ ਭਾਈ ਸੰਤੋਖ ਸਿੰਘ ਜੀ ਨੇ 5020 ਵਰ੍ਹੇ ਦੀ ਲਿਖੀ ਹੈ। ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਇਹ ਢਾਬ ਦੇ ਦੂਜੇ ਕੰਢੇ ਤੇ ਫਿਰ ਉਹ ਜਿਹੜਾ ਵੱਡੀ ਉਮਰ ਵਾਲਾ ਜੋਗੀ ਰਾਜ ਰਹਿੰਦਾ ਹੈ, ਉਹਨੇ ਸਿੱਖਾਂ ਨੂੰ ਪੁੱਛਿਆ, ਤੁਹਾਡੇ ਗੁਰੂ ਦੀ ਉਮਰ ਕਿੱਡੀ ਕੁ ਹੈ? ਤਾਂ ਸਿੱਖ ਕਹਿੰਦੇ ਮਹਾਰਾਜ ਦੀ ਉਮਰ 38-40 ਸਾਲ ਹੈ। ਉਹ ਹੱਸ ਕੇ ਕਹਿਣ ਲੱਗਾ, ਜੇ ਤਾਂ ਬਾਲਕੀ ਹੈ ਤਾਂ ਹੀ ਇਹ ਗੁਰੂ ਮਰੈਲਾ ਹੈ। ਮਰੈਲਾ ਕਹਿੰਦੇ ਨੇ ਵੀ ਬਾਰ-ਬਾਰ ਜੰਗ ਕਰਨੇ, ਤੁਰਕਾਂ ਨੂੰ ਮਾਰਨ ਵਾਲਾ, ਇਸ ਕਰਕੇ ਮਰੈਲਾ ਲੜਾਕਾ ਉੱਘਾ ਹੋ ਰਿਹਾ। ਮੈਂ ਤਾਂ ਦਰਸ਼ਨ ਕਰਨ ਚੱਲਿਆ ਸੀ, ਪਰ ਹੁਣ ਨਹੀਂ ਜਾਂਦਾ, ਉਹਨੂੰ ਹੋ ਗਿਆ ਮੇਰੀ ਉਮਰ ਐਡੀ ਨੌਜਵਾਨ।
ਇਹ ਗੱਲ ਜਦੋਂ ਗੁਰੂ ਸਾਹਿਬ ਤੱਕ ਪਹੁੰਚੀ, ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਸਾਧੂ ਨੂੰ ਆਪਣੀ ਵੱਡੀ ਉਮਰ ਦਾ ਅਭਿਮਾਨ ਹੈ, ਕੀ ਹੋਇਆ ਜੇ ਉਮਰ ਵਧਾ ਲਈ, ਪਰ ਜੋਗ ਦੀ ਜੁਗਤ ਤਾਂ ਨਹੀਂ ਆਈ। ਸਰਪ ਏਦੋਂ ਵੱਡੀਆਂ ਉਮਰਾਂ ਦੇ ਬਥੇਰੇ ਨੇ। ਇਹ ਤਰਕ ਸੇਵਕਾਂ ਦੁਆਰਾ ਫਿਰ ਜਦੋਂ ਉਹਨੂੰ ਸੁਣਿਆ, ਉਹਦੇ ਸੇਵਕਾਂ ਨੇ ਦੱਸਿਆ ਮਹਾਰਾਜ ਨੇ ਤਾਂ ਇਹ ਕਿਹਾ। ਸਤਿਗੁਰਾਂ ਨੇ ਉਮਰ ਵੀ ਦੱਸਤੀ 5020 ਬਰੇ ਦੀ ਹੈ। ਤਾਂ ਜੋਗੀ ਨੂੰ ਚਟਪਟੀ ਲੱਗ ਗਈ। ਉਸੇ ਵੇਲੇ ਫਿਰ ਸਾਹਿਬਾਂ ਦੇ ਕੋਲ ਆਇਆ, ਨਮਸਕਾਰ ਕਰਕੇ ਜੋਗ ਦੀ ਜੁਗਤ ਪੁੱਛੀ। ਗੁਰੂ ਸਾਹਿਬ ਨੇ ਫਰਮਾਇਆ, ਸੰਤ ਜੀ ਤੁਸੀਂ ਕੇਵਲ ਹਠ ਜੋਗੀ ਹੋ, ਜਿਸ ਦਾ ਫਲ ਉਮਰ ਵਧਾਉਣੀ ਤੇ ਸਿੱਧੀਆਂ ਦਿਖਾ ਕੇ ਜਗਤ ਨੂੰ ਚਿਤਾਉਣ ਤੋਂ ਬਿਨਾਂ ਹੋਰ ਕੁਛ ਨਹੀਂ। ਮਨ ਨੂੰ ਸ਼ਾਂਤੀ ਤੇ ਸੱਚਾ ਅਖੰਡ ਸੁੱਖ ਨਹੀਂ ਲੱਭਦਾ ਹੈ ਇਹਦੇ ਨਾਲ। ਸਾਡੇ ਗੁਰੂ ਘਰ ਵਿੱਚ ਸਹਿਜ ਯੋਗ ਦੀ ਮੁਕਤਿਆ ਹੈ, ਜੀਤੋਂ ਜੀਵ ਨੂੰ ਬਿਨਾਂ ਯਤਨ ਕੇਵਲ ਮੋਕਸ਼ ਤੇ ਸੱਚੇ ਅਖੰਡ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਉਸ ਜੋਗੀ ਨੇ ਸਹਿਜ ਯੋਗ ਦੇ ਲੱਛਣ ਪੁੱਛੇ ਤਾਂ ਮਹਾਰਾਜ ਨੇ ਕਿਹਾ, ਸੰਤ ਜੀ ਯੋਗ ਨਾਮ ਜੁੜਨ ਦਾ ਹੈ। ਸੋ ਕਰਮ ਯੋਗ, ਭਗਤ ਯੋਗ, ਗਿਆਨ ਯੋਗ, ਇਹ 3 ਪ੍ਰਕਾਰ ਦਾ ਹੈ। ਕਰਮ ਯੋਗ ਜਿਹੜਾ ਹੈ ਇਹ ਕਾਮ ਨਿਸ਼ਕਾਮ 2 ਤਰ੍ਹਾਂ ਦਾ ਹੈ। ਕਾਮ ਭਾਵ ਕਰਮ ਨਿਤ ਨਿਮਿਤ ਪ੍ਰਾਸ਼ਚਿਤ, ਫਿਰ ਅੱਗੇ 3 ਤਰ੍ਹਾਂ ਦੇ ਹੋ ਜਾਂਦੇ ਆ ਕਾਮਨਾ। ਕਾਮ ਕਰਮਾਂ ਦਾ ਸਾਧਨ ਤੇ ਫਲ ਸਵਰਗ ਇਤਿਆਦਿਕ ਵਿਸ਼ੇਸ਼ ਵਿਸ਼ੇ ਭੋਗ ਦੀ ਪ੍ਰਾਪਤੀ ਰੂਪੀ ਮਿੱਥਿਆ ਹੈ। ਇਹ ਹਠ ਯੋਗ ਵੀ ਇੱਕ ਤਰ੍ਹਾਂ ਦਾ ਨਿਤ ਕਰਮ ਹੈ, ਜਿਹੜਾ ਨੇਤੀ ਧੋਤੀ ਪ੍ਰਾਣਾਯਾਮ ਯਾਮ ਨਿਯਮ ਆਸਣ, ਇਹੋ ਜਿਹੇ ਸਾਧਨ ਨਿਤ ਨਾ ਕੀਤੇ ਜਾਣ ਤਾਂ ਜੋਗੀ ਜਿਹੜਾ ਫਿਰ ਰੋਗੀ ਹੋ ਕੇ ਛੇਤੀ ਮਰ ਜਾਂਦਾ। ਤੇ ਕਾਮਨਾ ਬਿਨਾਂ ਹਠ ਯੋਗ ਹੁੰਦਾ ਨਹੀਂ। ਤਾਂ ਤੇ ਸਕਾਮ ਕਰਮ ਹੋਣ ਤੋਂ ਕੇਵਲ ਮੋਕਸ਼ ਦਾ ਦਾਤਾ ਨਾ ਹੋਣ ਕਰਕੇ ਗੁਰੂ ਮੱਤ ਵਿੱਚ ਇਹ ਪ੍ਰਵਾਨ ਨਹੀਂ। ਇਸ ਵਾਸਤੇ ਸਿੱਖਾਂ ਨੂੰ ਇਹ ਨਹੀਂ ਦਰੜਾਇਆ। ਕੇਵਲ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਇਹ ਸਹਿਜ ਯੋਗ ਭਗਤੀ ਮਾਰਗ ਦ੍ਰਿੜ ਕਰਵਾਇਆ। ਔਰ ਜੋ ਅੰਮ੍ਰਿਤ ਵੇਲੇ ਇਸ਼ਨਾਨ ਸੰਤ ਸੇਵਾ ਦਾਨ ਦ੍ਰਿੜਾਈ ਦਾ, ਸੋ ਨਿਤ ਨਿਸ਼ਕਾਮ ਕਰਮ ਕਰਨ ਦੀ ਆਗਿਆ ਹੈ। ਕਰਮ ਕਰਤ ਹੋਵੇ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ। ਇਹ ਤੋਂ ਫਿਰ ਅੰਤਸ਼ਕਰਨ ਸ਼ੁੱਧ ਹੋ ਕਰਕੇ ਕਾਲ ਦੀ ਪਾਸ਼ਨਾ 'ਚ ਮਨ ਜੁੜ ਜਾਂਦਾ ਹੈ। ਜਿਸ ਤੋਂ ਪਹਿਲਾਂ ਬਰਾਗ ਪੈਦਾ ਹੁੰਦਾ, ਉਹ ਬਰਾਗ ਵੀ ਕਾਰਨ ਮੱਧਮ ਤੀਬਰ ਤਰ ਤੀਬਰ ਯਤਮਾਨ ਆਦਿਕ ਤੋਂ ਵਿਲੱਖਣ ਸਰਬ ਸੰਪਤਾ ਨੂੰ ਈਸ਼ਵਰ ਦੀ ਜਾਣ ਕੇ ਆਪ ਨੂੰ ਖੇਤ ਦੇ ਰਾਖੇ ਵਾਂਗੂ ਕੇਵਲ ਦ੍ਰਿਸ਼ਟਾ ਰਖਵਾਲਾ ਮੰਨ ਕੇ ਇਉਂ ਦ੍ਰਿੜ ਸਵਤ ਛੱਡ ਕੇ ਜਿਹੜਾ ਇਹ ਸਹਿਜ ਯੋਗ ਸਹਿਜ ਬਰਾਗ ਪ੍ਰੇਮਾ ਭਗਤੀ ਇਹ ਗੁਰੂ ਮੱਤ ਵਿੱਚ ਹੈ। ਰਿੱਧੀ ਸਿੱਧੀ ਵੀ ਇਸੇ ਸਾਧਨ ਦੇ ਤਾਬੇ ਹੈ। ਸਾਧਕ ਵਰਤੇ ਭਾਵੇਂ ਨਾ ਵਰਤੇ ਹਾਜ਼ਰ ਹਜ਼ੂਰ ਹੋ ਜਾਂਦੀਆਂ। ਔਰ ਮੈਂ ਬ੍ਰਹਮ ਹੈ ਐਸਾ ਖੁਸ਼ਕ ਗਿਆਨ ਵੀ ਕਲਿਆਣਕਾਰੀ ਨਹੀਂ, ਕਿਉਂਕਿ ਅਨੰਨ ਭਗਤੀ ਸਹਿਤ ਉਪਜਿਆ ਬ੍ਰਹਮ ਗਿਆਨ ਕਲਿਆਣਕਾਰੀ ਹੈ। ਸੋ ਅਨੰਨ ਭਗਤੀ ਕੀ ਹੈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੋ ਇਹ ਅਨੰਨ ਭਗਤੀ ਵਾਲੇ ਸੋਨੇ ਦੇ ਗਹਿਣੇ ਸਮੁੰਦਰ ਦੇ ਤਰੰਗ ਮੰਨਦੇ ਆ। ਭੂਖਣਾ ਦਾ ਸੋਨਾ, ਗਹਿਣਿਆਂ ਦਾ ਤਰੰਗਾਂ ਦਾ ਸਮੁੰਦਰ ਨਹੀਂ ਮੰਨਦੇ। ਇਸੇ ਤਰ੍ਹਾਂ ਸਾਰਾ ਜਗਤ ਬ੍ਰਹਮ ਰੂਪ ਹੈ, ਬ੍ਰਹਮ ਜਗਤ ਦਾ ਰੂਪ ਨਹੀਂ ਹੈ। ਜਗਤ ਬ੍ਰਹਮ ਦਾ ਰੂਪ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ। ਤੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਭਰੋਸੇ ਤੇ ਅਨੁਭਵ ਦਾ ਨਾਮ ਗਿਆਨ ਹੈ। ਜਿਹਨੂੰ ਗ੍ਰਸਤੀ ਔਰ ਵਰਕਤ ਸਭ ਧਾਰਨ ਜਿਹੜੇ ਵਿਰਕਤ ਹੈ ਧਾਰਨ ਕਰ ਸਕਦੇ ਆ ਔਰ ਜੀਵਨ ਮੁਕਤੀ ਦਾ ਸੁੱਖ ਭੋਗਦੇ ਆ। ਕਾਰਨ ਸਹਿਤ ਮਾਇਕ ਤਤ ਕਾਰਜ ਸੰਸਾਰ ਦੁੱਖ ਦੀ ਨਿਵਰਤੀ ਔਰ ਪਰਮ ਆਨੰਦ ਦੀ ਪ੍ਰਾਪਤੀ ਕੇ ਜਿਹੜਾ ਹੈ ਕੇਵਲ ਮੋਕਸ਼ ਦੇ ਅਧਿਕਾਰੀ ਹੋ ਸਕਦੇ। ਇਹ ਵਿਚਾਰ 4 ਵੇਦ ਦਾ ਸਾਰ ਸੁਣ ਕੇ ਜੋਗੀ ਬਹੁਤ ਖੁਸ਼ ਹੋਇਆ। ਆਪਣੀ ਵੱਡੀ ਉਮਰ ਤੇ ਹਠ ਯੋਗ ਦਾ ਹੰਕਾਰ ਛੱਡ ਕੇ ਆਖਿਆ, ਆਪ ਧਾਨੋ ਜੋ ਇਸ ਉਮਰ ਵਿੱਚ ਆ ਸ਼ਕਤੀ ਹੈ। ਮਹਾਰਾਜ ਕਹਿੰਦੇ, ਜੋਗੀਆ ਤੁਸੀਂ ਪੁਰਾਣਾ ਗੋਦੜਾ ਰੱਖਿਆ ਹੋਇਆ, ਅਸੀਂ ਨਵੀਂ ਪੁਸ਼ਾਕ ਪਸੰਦ ਕਰਦੇ ਹਾਂ। ਫਿਰ ਤੇ ਉਹ ਸੰਤ ਖੁਸ਼ ਹੋ ਕੇ ਗੁਰੂ ਕਾ ਸਿੱਖ ਬਣਿਆ, ਸਤਨਾਮ ਜਪਣ ਲੱਗਿਆ, ਹਠ ਯੋਗ ਛੱਡ ਕੇ ਸਹਿਜ ਯੋਗ ਨੂੰ ਧਾਰਨ ਕੀਤਾ। ਸਿੱਖਾਂ ਨੇ ਉਹਨੂੰ ਪੁੱਛਿਆ ਵੀ ਉਮਰ ਕਿੰਨੀ? ਬਹੁਤ ਵੱਡੀ ਹੈ, ਕੋਈ ਜਗਤ ਦੇ ਵਰਤਾਰੇ ਬਦਲੀਆਂ ਸੁਣਾਓ, ਕਿਹੀ ਕੁ ਹੁੰਦੀ ਰਹੀ? ਉਹ ਸਾਧੂ ਕਹਿੰਦਾ, ਜਗਤ ਪ੍ਰਣਾਮੀ ਹੈ, ਮੇਰੇ ਦੇਖਦੇ ਦੇਖਦੇ ਅਨੇਕਾਂ ਪ੍ਰਕਾਰ ਦੇ ਵਿਹਾਰ ਪਲਟੇ ਖਾ ਚੁੱਕੇ ਨੇ। ਬਾਦਸ਼ਾਹ ਰਾਜੇ ਮਹਾਰਾਜੇ ਅਨੇਕਾਂ ਹੋ ਗਏ। ਰਾਜਿਆਂ ਦੇ ਕਰਮ ਸੁਭਾਅ ਅਨੁਸਾਰ ਪ੍ਰਜਾ ਦੇ ਕਰਮ ਧਰਮ ਇਲਮ ਸੁਭਾਅ ਬਦਲਦੇ ਰਹੇ ਨੇ। ਕਈ ਵਾਰੀ ਇੱਥੇ ਸੰਘਣੀ ਪ੍ਰਜਾ ਵਸੀ ਹੋਈ ਮੈਂ ਦੇਖੀ ਹੈ, ਕਈ ਵਾਰੀ ਉਜਾੜ ਦੇਖੇ।
ਇੱਕ ਵਾਰੀ ਜਦ ਕਈ ਸੌ ਸਾਲ ਪਿੱਛੋਂ ਮੇਰੀ ਸਮਾਧੀ ਖੁੱਲੀ, ਬਿਨਾਂ ਜਾੜ ਦੇ ਕੋਈ ਇਸਤਰੀ ਪੁਰਖ ਨਜ਼ਰ ਨਹੀਂ ਆਇਆ ਤੇ ਮੈਂ ਜੰਗਲ ਵਿੱਚ ਵੀਰਾਨ ਫਿਰਦਾ ਰਿਹਾ। ਇੱਕ ਦਿਨ ਆਦਮੀ ਮੁਰਦੇ ਦੀ ਸ਼ਕਲ ਵਿੱਚ ਫਿਰਦਾ ਨਜ਼ਰ ਆਇਆ। ਉਹਨੂੰ ਜਦ ਉਜਾੜ ਹੋਣ ਦਾ ਕਾਰਨ ਪੁੱਛਿਆ ਤਾਂ ਉਹਨੇ ਕਿਹਾ ਵੀ 10-12 ਸਾਲ ਵਰਖਾ ਨਾ ਹੋਣ ਕਰਕੇ ਸਾਰੇ ਪਸ਼ੂ ਪੁਰਸ਼ ਇਸਤਰੀਆਂ ਭੁੱਖੇ ਮਰ ਗਏ। ਕੋਈ ਪਰਦੇਸੀ ਚਲੇ ਗਏ ਜਿਨ੍ਹਾਂ ਵਿੱਚ ਹੁਣ ਵਰਖਾ ਹੋਣ ਕਰਕੇ ਮੁੜ ਇਸ ਦੇਸ਼ ਵਿੱਚ ਟਾਵੇਂ ਆਦਮੀ ਆ ਫਿਰੇ ਆ। ਭਰੋਸਾ ਹੈ ਵੀ ਹੁਣ ਫੇਰ ਵਸੋਂ ਹੋ ਜੂ। ਜਦੋਂ ਮੈਨੂੰ ਮਾਲੂਮ ਹੁੰਦਾ ਹੈ ਕਿ ਹੁਣ ਮੇਰੀ ਮੌਤ ਮੈਨੂੰ ਮਾਰੇਗੀ, ਮੈਂ ਉਸੇ ਵੇਲੇ ਕਹਿੰਦੇ 10ਵੇਂ ਦੁਆਰ 'ਚ ਪ੍ਰਾਣ ਚਾੜ ਕੇ ਸਮਾਧੀ ਲਾ ਕੇ ਬਹਿ ਜਾਂਦਾ। ਇਸ ਕਰਕੇ ਮੇਰੀ ਉਮਰ ਬਹੁਤ ਵੱਧ ਗਈ। ਜਿਸ ਸਮਾਧੀ ਦੇ ਘਮੰਡ ਨਾਲ ਮੇਰਾ ਮਨ ਹੰਕਾਰੀ ਇਹ ਅਗਨੀ ਨਾਲ ਸੜਦਾ ਪਿਆ ਸੀ, ਹੁਣ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਨਾਮ ਅੰਮ੍ਰਿਤ ਵਰਖਾ ਦੇ ਨਾਲ ਸ਼ਾਂਤ ਹੋ ਗਿਆ। ਐਸਾ ਪ੍ਰਸੰਗ ਸੁਣ ਕਰਕੇ ਸਿੱਖ ਵੀ ਬਹੁਤ ਅਚਰਜ ਹੋਏ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।